ਗਿਆਨ ਹੈ। ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਸਤਨਾਮ इस प्रकार को सोने उपदेशा। कर कर बंधन गे निज देशा। महिमा करत जात मग माही। एह अवतार प्रभु को आही। इस प्रकार को सुन उपदेशा। वाहिगुरु जी का खालसा वाहिगुरु जी की फतेह। ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਜੀ, ਗਰੀਬ ਨਿਵਾਜ ਦੀਨ ਔਰ ਦੁਨੀਆ ਦੇ ਵਾਲੀ, ਲੋਕ ਪਰਲੋਕ ਦੇ ਸਹਾਇਕ ਸਤਿਗੁਰੂ, ਗੁਰਬਾਣੀ ਸਰੂਪ ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ ਸਤਿਗੁਰਾਂ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਆਪ ਗੁਰੂ ਕੀ ਸੰਗਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਔਰ ਰਹਿਮਤ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਗਰੀਬ ਨਿਵਾਜ ਪਿਤਾ ਸਤਿਗੁਰੂ ਗੁਰਦੇਵ ਮਹਾਰਾਜ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਸਤਿਗੁਰੂ ਜੀ ਦੀਆਂ ਸੰਗਤਾਂ ਬੜੇ ਪ੍ਰੇਮ ਔਰ ਸਨਮਾਨ ਦੇ ਨਾਲ ਕਰ ਰਹੀਆਂ ਹਨ ਔਰ ਸਤਿਗੁਰਾਂ ਦੇ ਦਰਾਂ ਤੋਂ ਦਰਸ਼ਨ ਦੀਦਾਰ ਕਰਨ ਤੋਂ ਉਪਰੰਤ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਸਤਿਗੁਰਾਂ ਜੀ ਦੇ ਮਹਾਨ ਗੁਰ ਇਤਿਹਾਸ ਦੀ ਕਥਾ ਵਿਚਾਰ ਨੂੰ ਸੁਣਨ ਦੇ ਲਈ ਆਪ ਜੀ ਸੁਭਾਏਮਾਨ ਇਕੱਤਰ ਹੋ ਰਹੇ ਹੋ। ਮਹਾਰਾਜ ਦੀ ਪਾਵਨ ਪਵਿੱਤਰ ਮਹਾਨ ਗੁਰਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਤੋਂ ਆਪ ਜੀ ਨੇ ਸੁਣੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ।
ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ ਦੇ ਪਾਵਨ ਔਰ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਸੰਧਿਆ ਦੇ ਇਹਨਾਂ ਦੀਵਾਨਾਂ ਵਿੱਚ ਆਪ ਜੀ ਸੁਣਦੇ ਹੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜਗਤ ਦਾ ਭਲਾ ਕਰਨ ਦੇ ਲਈ ਸੰਸਾਰ ਨੂੰ ਭੁੱਲਿਆ ਹੋਇਆ ਲੋਕਾਂ ਨੂੰ ਸਿੱਧੇ ਮਾਰਗ ਤੇ ਪਾ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਹੋਂਦ ਤੋਂ ਜਾਣੂ ਕਰਵਾ ਕੇ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢ ਕੇ ਮਹਾਰਾਜ ਇਹਨਾਂ ਲੋਕਾਂ ਨੂੰ ਇਸ ਲੁਕਾਈ ਨੂੰ ਤਾਰਨ ਵਾਸਤੇ ਅਵਤਾਰ ਧਾਰ ਰਹੇ ਹਨ। ਐਸੇ ਇਹ ਕਾਰਜ ਜਿਹੜੇ ਮਹਾਰਾਜ ਨੇ ਆਰੰਭੇ ਹਨ, ਉਹਨਾਂ ਕਾਰਜਾਂ ਦੀ ਹੀ ਇਹ ਕਥਾ ਭਾਈ ਬਾਲਾ ਸਾਹਿਬ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸੁਣਾ ਰਹੇ ਹਨ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਵਡਿਆਈ ਸੁਣਾ ਰਹੇ ਹੈ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਮਹਾਨ ਉਦਮ ਉਪਰਾਲਾ ਕੀਤਾ ਹੈ। ਇਹ ਜੋ ਗ੍ਰੰਥਾਂ ਦੇ ਅੰਦਰ ਇਸ ਕਥਾ ਨੂੰ ਅੰਕਿਤ ਕੀਤਾ ਹੈ ਤਾਂ ਕਿ ਅੱਜ ਆਪਾਂ ਸਾਰੇ ਵੀ ਇਸ ਵਡਿਆਈ ਨੂੰ ਸੁਣ ਸਕਦੇ ਹਾਂ। ਸਤਿਗੁਰੂ ਮਹਾਰਾਜ ਕੁਰੂਕਸ਼ੇਤਰ ਦੀ ਧਰਤੀ ਵੱਲ ਸੰਗਤ ਦਾ ਉਧਾਰ ਕਰ ਰਹੇ ਹਨ। ਪਿਛਲੇ ਦੀਵਾਨ ਆਪ ਜੀ ਨੇ ਵਿਦਵਾਨ ਜਨਾਂ ਗਿਆਨੀ ਸਿੰਘਾਂ ਦੀ ਰਸਨਾ ਤੋਂ ਬੜੇ ਪ੍ਰੇਮ ਨਾਲ ਸੁਣੇ ਸਨ। ਮਹਾਰਾਜ ਨੇ ਬਹੁਤ ਪਵਿੱਤਰ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਜਿਹੜੇ ਮਾਸ ਕਰ ਮੂਰਖ ਝਗੜੇ, ਸਿਰਫ ਇੱਕ ਮਾਸ ਦੀ ਹੀ ਲੜਾਈ, ਭਰਮ ਦੀ ਲੜਾਈ, ਵਹਿਮ ਦੀ ਲੜਾਈ ਲੜਦੇ ਸਨ, ਝਗੜਦੇ ਸਨ ਆਪਸ ਦੇ ਅੰਦਰ। ਪਿੱਛੇ ਆਪ ਜੀ ਨੇ ਕਥਾ ਬੜੇ ਵਿਸਤਾਰ ਔਰ ਪ੍ਰੇਮ ਨਾਲ ਸੁਣੀ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰ ਰਹੇ ਹੈ, ਆਓ ਮਨ ਚਿਤ ਬਿਰਤੀ ਦੀ ਇਕਾਗਰਤਾ ਦੇ ਸਹਿਤ ਸਤਿਗੁਰੂ ਜੀ ਆਪ ਦਇਆ ਕਰਕੇ ਆਪਣੀਆਂ ਪਾਵਨ ਵਡਿਆਈਆਂ ਕਰਵਾ ਲੈਣ। ਆਪ ਜੀ ਨੇ ਅਸੀਸ ਬਖਸ਼ਣੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਇਸ ਮਹਾਨ ਉਪਮਾ ਨੂੰ ਸੁਣਨਾ। ਰਸਨਾ ਤੋਂ ਭਾਵਨਾ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਕੋ ਸੁਨੇ ਉਪਦੇਸਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇੱਥੇ ਇਹ ਝਗੜਾ ਕਰਨ ਵਾਲਿਆਂ ਨੂੰ ਜਦੋਂ ਪਵਿੱਤਰ ਉਪਦੇਸ਼ ਦਿੱਤਾ ਨਾਮ ਬਾਣੀ ਦਾ, ਘਰ ਘਰ ਬੰਧਨਗੇ ਨਿਜ ਦੇਸਾ। ਫਿਰ ਮਹਾਰਾਜ ਨੂੰ ਇਹ ਸਾਰੇ ਨਮਸਕਾਰਾਂ ਕਰਕੇ ਨਾ ਆਪੋ ਆਪਣੇ ਦੇਸ਼ ਘਰ ਨੂੰ ਨਗਰ ਨੂੰ ਚਲੇ ਗਏ ਹਨ। ਮਹਿਮਾ ਕਰਤ ਜਾਤ ਮਗ ਮਾਹੀ। ਰਸਤੇ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਕਰਦੇ ਜਾਂਦੇ ਹਨ। ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਮਿਲ ਕੇ ਜਾਈਏ ਨਾ ਘਰ ਨੂੰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਓ, ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਦੀਦਾਰ ਕਰਕੇ ਵਾਪਸ ਆਵੋ। ਕਿਸੇ ਹੋਰ ਗੁਰੂ ਘਰ ਤੋਂ ਵਾਪਸ ਆਓ ਜਦੋਂ ਆਪਣੇ ਘਰ ਵੱਲ ਨੂੰ ਸਤਿਗੁਰੂ ਜੀ ਨੂੰ ਮਿਲ ਕੇ ਦਰਸ਼ਨ ਕਰਕੇ ਵਾਪਸ ਆਉਂਦਿਆਂ ਹੋਇਆਂ ਔਗਣ ਨਹੀਂ ਫਰੋਲੀ ਦੇ ਹਨ, ਕਿਸੇ ਦੀ ਨਿੰਦਿਆ ਨਹੀਂ ਕਰੀਦੀ ਹੈ। ਇਹ ਨਹੀਂ ਵਿਚਾਰੀ ਦਾ, ਬੋਲੀ ਦਾ, ਕਹੀ ਦਾ ਵੀ ਫਲਾਣਾ ਵੀ ਸਾਡੇ ਨਾਲ ਉੱਥੇ ਦਰਸ਼ਨ ਕਰ ਰਿਹਾ ਸੀ, ਉਹਦਾ ਲਿਬਾਸ ਮਾੜਾ ਸੀ, ਉਹਨੂੰ ਬਹਿਣ ਦਾ ਪਤਾ ਨਹੀਂ ਸੀ, ਉਹਨੂੰ ਪ੍ਰਸ਼ਾਦਾ ਛਕਣ ਦਾ ਪਤਾ ਨਹੀਂ ਸੀ, ਜਾਂ ਅਸੀਂ ਪ੍ਰਸ਼ਾਦਾ ਛਕਿਆ ਹੈ ਦਾਲ ਨਹੀਂ ਸੀ ਸਵਾਦ, ਪ੍ਰਸ਼ਾਦਾ ਪਕਵਾਨ ਸਵਾਦ ਨਹੀਂ ਸਨ। ਨਹੀਂ ਭਾਈ, ਅਸੀਂ ਉਹ ਸਤਿਗੁਰਾਂ ਨੂੰ ਮਿਲ ਕੇ ਚੱਲੇ ਹਾਂ ਜਿਨ੍ਹਾਂ ਦੇ ਪਰਥਾਏ ਬਾਣੀ ਦਾ ਬਚਨ ਹੈ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ।
ਏਡੀ ਵੱਡੀ ਸਮਰੱਥਾ ਹੈ ਇਸ ਸਤਿਗੁਰੂ ਜੀ ਦੀ। ਕੁਝ ਵੀ ਨਾ ਬੋਲੋਗੇ ਤੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਕੋਲ ਬਹਿ ਜਾਇਓ, ਮਹਾਰਾਜ ਤੁਹਾਡੇ ਮਨ ਦੀ ਬੁੱਝ ਲੈਣਗੇ ਤੁਸੀਂ ਕੀ ਲੈਣ ਆਏ ਹੋ। ਐਸੇ ਅੰਤਰਜਾਮੀ ਸਤਿਗੁਰਾਂ ਨੂੰ ਮਿਲ ਕੇ ਜਾਓ ਤੇ ਫਿਰ ਅੰਤਰਜਾਮੀ ਦੇ ਗੁਣ ਗਾਉਂਦੇ ਜਾਣਾ ਚਾਹੀਦਾ ਹੈ। ਬਾਣੀ ਪੜ੍ਹ ਸਕਦੇ ਬਾਣੀ ਪੜ੍ਹ ਲਓ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੀ ਚੱਲੋ, ਨਹੀਂ ਤਾਂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰੋ। ਕਹਿਣ ਤੋਂ ਮੁਰਾਦ ਹੈ ਦਾਤੇ ਦੀਆਂ ਵਡਿਆਈਆਂ ਕਰਨੀਆਂ ਹਨ, ਕਦੇ ਵੀ ਸੰਸਾਰ ਦੀ ਨਿੰਦਿਆ ਨਹੀਂ ਕਰਨ ਵਿੱਚ ਲੱਗ ਜਾਣਾ। ਇਹ ਸਤਿਗੁਰਾਂ ਦੇ ਕੋਲੋਂ ਉਪਦੇਸ਼ ਲੈ ਕੇ ਜਦੋਂ ਵਾਪਸ ਗਏ ਨਾ ਆਪੋ ਆਪਣੇ ਨਗਰ ਨੂੰ, ਮਹਾਰਾਜ ਦੀ ਉਪਮਾ ਗੁਣ ਗਾਉਂਦੇ ਹੋਏ ਜਾ ਰਹੇ ਹਨ। ਇਹ ਅਵਤਾਰ ਪ੍ਰਭੂ ਕੋ ਆਹੀ। ਇੱਕ ਦੂਸਰੇ ਨੂੰ ਕਹਿੰਦੇ ਭਾਈ ਇਹ ਗੁਰੂ ਨਾਨਕ ਸਾਹਿਬ ਅਵਤਾਰ ਨੇ ਸਤਿਗੁਰਾਂ ਦਾ, ਇਹ ਕੋਈ ਆਮ ਪੀਰ ਪੈਗੰਬਰ ਨਹੀਂ, ਇਹ ਆਪ ਖੁਦਾ ਅਵਤਾਰ ਲੈ ਕੇ ਆਇਆ ਹੈ। ਉਨ ਰਾਣੀ ਸੁਤ ਕੋ ਸੰਗ ਲੀਨੇ। ਉਧਰ ਉਹ ਜਿਹੜੀ ਰਾਣੀ ਤੁਸੀਂ ਕੱਲ ਸੁਣੀ ਆਈ ਸੀ, ਉਹਨੇ ਆਪਣੇ ਪੁੱਤਰ ਨੂੰ ਨਾਲ ਲਿਆ ਹੈ। ਆਨ ਚਰਨ ਪਰ ਬੰਧਨ ਕੀਨੇ। ਆ ਕੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨ ਪਰਸੇ ਨੇ ਨਮਸਕਾਰ ਕੀਤੀ ਹੈ। ਤਿਨ ਬਿਲੋਕ ਬੋਲੇ ਜਗ ਤੇਸਾ। ਉਸ ਰਾਣੀ ਨੂੰ ਵੇਖ ਕੇ ਜਗਤ ਦੇ ਈਸ਼ਵਰ ਮਾਲਕ ਸਤਿਗੁਰੂ ਬਚਨ ਕਰਨ ਲੱਗੇ ਨੇ, ਅਬ ਤੁਮ ਜਾਹੋ ਆਪਣੇ ਦੇਸਾ। ਮਹਾਰਾਜ ਕਹਿੰਦੇ ਹੈ ਰਾਣੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਾ, ਹੁਣ ਆਪਣੇ ਨਗਰ ਰਾਜ ਭਾਗ ਸਾਂਭ ਲੈ। ਸਨਮੁਖ ਹੋਇ ਕਰ ਕਰਹੁ ਲੜਾਈ। ਔਰ ਜਿਹੜਾ ਤੇਰਾ ਦੁਸ਼ਮਣ ਹੈ ਉਹਦੇ ਸਨਮੁਖ ਹੋ ਕੇ ਲੜਾਈ ਕਰੋ, ਫੌਜ ਤਿਆਰ ਕਰਕੇ। ਲਹਿ ਠਹਰੈ ਅਰ ਜਾਹੇ ਭਲਾਈ। ਸਤਿਗੁਰਾਂ ਨੇ ਬਖਸ਼ਿਸ਼ ਦੇ ਘਰ ਵਿੱਚ ਆਇਆ ਨੇ ਬਚਨ ਕੀਤੇ, ਕਹਿੰਦੇ ਉਹ ਦੁਸ਼ਮਣ ਤੇਰੇ ਅੱਗੇ ਠਹਿਰੇਗਾ ਨਹੀਂ, ਭੱਜ ਜਾਵੇਗਾ, ਦੌੜ ਜਾਵੇਗਾ ਤੁਹਾਡੇ ਤੋਂ ਡਰਦਾ ਹੋਇਆ। ਸਰਬ ਰਾਜ ਤੁਮ ਆਪਣਾ ਲੀਜੈ। ਔਰ ਸਾਰਾ ਹੀ ਆਪਣਾ ਰਾਜ ਭਾਗ ਜਿਹੜਾ ਹੈ ਉਹ ਮੰਨਣਾ ਕਰੋ। ਸਤਨਾਮ ਕੋ ਜਾਪ ਜਪੀਜੈ। ਨਾਲ ਹੀ ਉਪਦੇਸ਼ ਦਿੱਤਾ ਹੈ ਵੀ ਰਾਜ ਭਾਗ ਤੇ ਬਹਿ ਕੇ ਰੱਬ ਨੂੰ ਨਹੀਂ ਭੁੱਲਣਾ ਹੈ। ਅਕਸਰ ਇਹ ਹੋ ਜਾਂਦਾ ਹੈ, ਦੁੱਖ ਵੇਲੇ ਰੱਬ ਯਾਦ ਕਰਦੇ ਹਾਂ, ਅਰਦਾਸਾਂ ਕਰੀਦੀਆਂ, ਪਾਠ ਕਰਵਾਈਦੇ ਹਨ, ਕਈ ਨਿਯਮ ਬਣਾ ਕੇ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸਤਿਗੁਰੂ ਜੀ ਦੇ ਹੋਰ ਕਿਸੇ ਪਾਵਨ ਸਥਾਨ ਤੇ ਜਾਂਦੇ ਹਨ। ਜਦੋਂ ਸੁੱਖ ਆ ਜਾਂਦਾ ਦੁੱਖ ਚਲਿਆ ਜਾਂਦਾ ਹੈ, ਸੁੱਖ ਮਿਲਦਾ ਫਿਰ ਨਿਯਮ ਹੀ ਭੁੱਲ ਜਾਂਦਾ ਹੈ, ਅਰਦਾਸ ਬੇਨਤੀ ਵੀ ਵਿਸਰ ਜਾਂਦੀ ਹੈ ਔਰ ਸਤਿਗੁਰਾਂ ਦਾ ਘਰ ਵੀ ਭੁੱਲ ਜਾਂਦਾ ਹੈ। ਮਹਾਰਾਜ ਨੇ ਇੱਥੇ ਵਿਸ਼ੇਸ਼ ਉਪਦੇਸ਼ ਦਿੰਦਿਆਂ ਰਾਣੀ ਨੂੰ ਕਿਹਾ ਰਾਜ ਭਾਗ ਜ਼ਰੂਰ ਮਾਣ, ਪਰ ਯਾਦ ਰੱਖਣਾ ਰਾਜ ਭਾਗ ਦੇ ਨਾਲ ਨਾਲ ਸਤਨਾਮ ਕੋ ਜਾਪ ਜਪੀਜੈ। ਜਿਹੜਾ ਉਸ ਮਾਲਕ ਦਾ ਸੱਚਾ ਨਾਮ ਹੈ ਉਸ ਦਾ ਜਾਪ ਜ਼ਰੂਰ ਜਪਣਾ ਹੈ। ਬਾਣੀ ਦੇ ਬਚਨ ਨੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਸ ਆਨੰਦ ਦੀ ਬਖਸ਼ਿਸ਼ ਪ੍ਰਾਪਤੀ ਸਤਿਗੁਰਾਂ ਦੀ ਅਕਾਲ ਪੁਰਖ ਜੀ ਦੀ ਸੇਵਾ ਕਰਕੇ, ਬੰਦਗੀ ਕਰਕੇ, ਵਡਿਆਈ ਕਰਕੇ ਪ੍ਰਾਪਤ ਹੋਣੀ ਹੈ ਨਾ, ਜਿਹੜਾ ਸੁਖ ਸੇਵਾ ਦੇ ਵਿੱਚੋਂ ਲੱਭੇਗਾ, ਸਿਮਰਨ ਵਿੱਚੋਂ ਲੱਭੇਗਾ, ਯਾਦ ਰੱਖੋ ਸਾਰੀ ਦੁਨੀਆ ਦਾ ਰਾਜ ਭਾਗ ਲੈ ਲਓ, ਜੇ ਨਾਮ ਬੰਦਗੀ ਬਾਣੀ ਨਹੀਂ ਤਾਂ ਇਹ ਸੁਖ ਪ੍ਰਾਪਤ ਨਹੀਂ ਹੋਵੇਗਾ। ਮਨ ਖਿੰਡਿਆ ਹੋਇਆ ਦੁਖੀ ਰਹਿੰਦਾ ਹੈ। ਇਸ ਲਈ ਰਾਜ ਭਾਗ ਦੇ ਨਾਲ ਨਾਲ ਮਹਾਰਾਜ ਕਹਿੰਦੇ ਨਾਮ ਵੀ ਜਪਣਾ ਹੈ। ਸੁਨ ਰਜਾਈ ਨਿਜ ਸਿਰ ਪਰ ਧਰ ਕੇ। ਸੁਣ ਕੇ ਸਤਿਗੁਰਾਂ ਦਾ ਹੁਕਮ ਇਹ ਹੁੰਦੀ ਹੈ ਸਿੱਖੀ ਦੀ ਭਾਵਨਾ, ਗੁਰੂ ਨੂੰ ਗੁਰੂ ਕਰਕੇ ਜਾਣਨਾ। ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਇਹ ਬੋਲ ਅਸੀਂ ਰੋਜ਼ ਅਰਦਾਸ ਵਿੱਚ ਜਪਦੇ ਪੜ੍ਹਦੇ ਹਾਂ। ਹਰ ਇੱਕ ਗ੍ਰੰਥੀ ਸਿੰਘ ਤੇ ਆਉਂਦਾ ਇਹਨਾਂ ਬਚਨਾਂ ਨੂੰ। ਗੁਰ ਸਿੱਖੋ, ਕੱਲਾ ਪੜਨ ਨੂੰ ਥੋੜਾ ਕਿਹਾ ਮਹਾਰਾਜ ਨੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸੱਚ ਜਾਣਿਓ ਜੇ ਸਾਰੇ ਅਸੀਂ ਪ੍ਰਗਟ ਗੁਰਾਂ ਕੀ ਦੇਹ ਸਤਿਗੁਰੂ ਜੀ ਨੂੰ ਜਾਣਦੇ ਹੋਈਏ, ਫੇਰ ਆ ਕੰਬਲ ਦੇਣੇ ਨੇ ਜਾਂ ਪਤਲਾ ਵਸਤਰ ਦੇਣਾ, ਪੱਖੇ ਲਾਉਣੇ ਜਾਂ ਏਸੀ ਲਾਉਣੇ, ਇਹੋ ਜਿਹੇ ਵਿਵਾਦ ਇਹੋ ਜਿਹੀਆਂ ਵਿਚਾਰਾਂ ਸਾਡੇ ਮਨਾਂ ਵਿੱਚ ਆਉਣ ਹੀ ਨਾ। ਅਸਲ 'ਚ ਖੇਡ ਹੀ ਇਹ ਹੈ ਵੀ ਅਸੀਂ ਪੂਰੀ ਭਾਵਨਾ ਨਾਲ ਸਤਿਗੁਰੂ ਮਹਾਰਾਜ ਨੂੰ ਗੁਰੂ ਗੁਰੂ ਕਹਿੰਦੇ ਜ਼ਰੂਰ ਹਾਂ, ਸਤਿਗੁਰਾਂ ਨੂੰ ਮੰਨਦੇ ਨਹੀਂ, ਮਹਾਰਾਜ ਦੀ ਗੱਲ ਨਹੀਂ ਮੰਨਦੇ, ਬਚਨ ਨਹੀਂ ਕਮਾਉਂਦੇ ਹਾਂ। ਇਸ ਲਈ ਬਚਨਾਂ ਤੇ ਅਮਲ ਵੀ ਕਰਨਾ ਹੈ। ਆਗਿਆ ਨੂੰ ਸਿਰ ਧਰਦਾ ਮਤਲਬ ਸੀ ਆਗਿਆ ਸਤਿਗੁਰਾਂ ਨੇ ਹੁਕਮ ਕੀਤਾ, ਗੁਰਸਿੱਖ ਨੇ ਉਸੇ ਹੁਕਮ ਨੂੰ ਆਪਣੇ ਸਿਰ ਮੱਥੇ ਪ੍ਰਵਾਨ ਕਰ ਲਿਆ। ਉਹ ਹੁਕਮ ਭਾਵੇਂ ਇਹ ਹੋਵੇ ਵੀ ਫਕੀਰੀ ਛੱਡ ਕੇ, ਗਰੀਬੀ ਛੱਡ ਕੇ, ਕੰਗਾਲਤਾ ਛੱਡ ਕੇ ਚੱਲ ਰਾਜ ਤਖਤ ਤੇ ਬੈਠ ਜਾ, ਤੇ ਭਾਵੇਂ ਇਹਦੇ ਉਲਟ ਹੋਵੇ ਵੀ ਸਾਰਾ ਰਾਜ ਭਾਗ ਛੱਡ ਕੇ ਚੱਲ ਕੰਗਾਲ ਬਣ ਕੇ ਕੌਲਾ ਲੈ ਕੇ ਮੰਗਣ ਲੱਗ ਜਾ। ਹੁਕਮ ਹੈ ਸਤਿਗੁਰਾਂ ਦਾ, ਸਿੱਖ ਨੇ ਸਿਰ ਮੱਥੇ ਪ੍ਰਵਾਨ ਕਰਨਾ ਹੈ। ਇਹ ਨਹੀਂ ਵੀ ਜੇ ਸੁੱਖ ਦੇਣ ਤੇ ਆਖੇ ਵੀ ਝੋਲੀ ਅੱਡੀ ਹੈ ਜੀ ਪਾ ਦਿਓ, ਤੇ ਜੇ ਬਿਪਤਾ ਆਵੇ ਤੇ ਫਿਰ ਕੰਨੀ ਕਿਸਕਾਉਂਦਾ ਫਿਰੇ। ਨਹੀਂ ਭਾਈ, ਸਤਿਗੁਰਾਂ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਿਆ ਕਰੋ। ਜੇ ਸੁਖ ਦੇ ਤਾਂ ਤੁਝ ਹੈ ਆਰਾਧੀ, ਦੁੱਖ ਵੀ ਤੁਝ ਹੈ ਧਿਆਈ। ਜੇ ਭੁੱਖ ਦੇ ਤਾਂ ਇਤਿ ਰਾਜਾ, ਦੁੱਖ ਵਿੱਚ ਸੂਖ ਮਨਾਈ। ਐਸੀ ਸਿੱਖੀ ਰੱਖੋ ਆਪਣੇ ਜੀਵਨ ਦੇ ਅੰਦਰ, ਐਸੀ ਭਾਵਨਾ ਰੱਖੋ। ਮਹਾਰਾਜ ਦਾ ਉਪਦੇਸ਼ ਰਾਣੀ ਨੇ ਸੁਣਿਆ, ਸਿਰ ਮੱਥੇ ਪ੍ਰਵਾਨ ਕਰ ਲਿਆ ਜੀ। ਗਮਨੇ ਛਿਪਰ ਹਰਖੀ ਉਰ ਭਰ ਕੇ, ਬੜੀ ਛੇਤੀ ਦੇ ਨਾਲ ਖੁਸ਼ੀ ਭਰ ਕੇ ਹਿਰਦੇ ਵਿੱਚ ਚੱਲੇ ਹਨ। ਕਹੂੰ ਕਹੂੰ ਤੇ ਸੈਨ ਬਟੋਰੀ, ਕਿੱਥੋਂ ਕਿੱਥੋਂ ਕਰਕੇ ਇਹਨਾਂ ਨੇ ਥੋੜੀ ਥੋੜੀ ਫੌਜ ਕਰਦਿਆਂ ਇਕੱਠੀ ਕਰ ਲਈ। ਪਹੁੰਚੇ ਆਪਣੇ ਦੇਸ ਬਹੋਰੀ, ਫਿਰ ਆਪਣੇ ਦੇਸ਼ ਚਲੇ ਗਏ। ਫਿਰ ਸੰਗਤ ਫੰਗੈ ਜੰਗ ਮਚਾਇਓ, ਤੋਹਫਾ ਬੰਦੂਕਾਂ ਲੈ ਕੇ ਇਹਨਾਂ ਨੇ ਫਿਰ ਜੰਗ ਮਚਾ ਲਿਆ ਦੁਸ਼ਮਣ ਨਾਲ। ਬਹੁਤ ਸਾਰ ਸੋ ਸਾਰ ਬਜਾਇਓ, ਬੜਾ ਲੋਹੇ ਨਾਲ ਲੋਹਾ ਕੜਕਿਆ ਇੱਥੇ ਜੀ। ਪ੍ਰਬਲ ਲੋਹ ਇਨ ਕੋ ਪਾਇਐ ਸੇ, ਵਿੱਚ ਕਰਤਾ ਪੁਰਖ ਖਲੋਆ ਤਾਂ ਵਾਲ ਨਾ ਵਿੰਗਾ ਹੋਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਰਾਣੀ ਫੌਜ ਇਕੱਠੀ ਕਰਕੇ ਦੁਸ਼ਮਣ ਦੇ ਨਾਲ ਜੰਗ ਲੜੀ, ਤੇਰੀ ਜਿੱਤ ਹੋਵੇਗੀ, ਦੁਸ਼ਮਣ ਹਾਰ ਕੇ ਭੱਜ ਜਾਵੇਗਾ। ਲੋਹੇ ਨਾਲ ਲੋਹਾ ਟਕਰਾਇਆ, ਸਤਿਗੁਰੂ ਦੇ ਬਚਨ ਕਮਾਏ ਹਨ। ਤੇ ਕਵੀ ਰਾਜ ਲਿਖਦੇ, ਇਹਨਾਂ ਦਾ ਲੋਹਾ ਇੰਨਾ ਪ੍ਰਬਲ ਹੋਇਆ, ਇੰਨਾ ਬਲਵਾਨ ਹੋਇਆ, ਵੈਰੀ ਜਿਹੜਾ ਦੁਸ਼ਮਣ ਸੀ ਸਾਹਮਣੇ ਖੜ ਨਾ ਸਕਿਆ। ਫਿਰ ਅੱਗੇ ਠਹਿਰ ਸਕੈ ਨਹੀਂ ਕੈਸੀ, ਵੱਡੇ ਵੱਡੇ ਸੂਰਮੇ ਚੜ ਕੇ ਆਏ, ਕੋਈ ਵੀ ਇਹਨਾਂ ਦੇ ਅੱਗੇ ਅੜ ਨਹੀਂ ਸਕਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਹਨ। ਮਾਰ ਮਾਰ ਭੱਟ ਧਰਨ ਗਿਰਾਏ, ਮਾਰ ਮਾਰ ਕੇ ਵੱਡੇ ਵੱਡੇ ਸੂਰਮੇ ਧਰਤੀ ਤੇ ਸੁੱਟ ਦਿੱਤੇ ਇਹਨਾਂ ਨੇ। ਰਿਪ ਦੇਖੇ ਜਨ ਜਮ ਇਹ ਆਏ, ਵੈਰੀ ਇਉਂ ਮਹਿਸੂਸ ਕਰਦਾ ਹੈ ਜਿਵੇਂ ਮੌਤ ਆਵੇ, ਮਨਮੁਖ ਬੰਦੇ ਨੂੰ ਜਮਦੂਤ ਨਜ਼ਰ ਆਉਂਦੇ ਹਨ। ਤੇ ਜਦੋਂ ਜਮ ਨਜ਼ਰ ਆਉਂਦੇ ਆ ਨਾ ਮਨਮੁਖ ਨੂੰ, ਮੌਤ ਆਉਂਦੀ, ਉਹ ਫਿਰ ਹੱਡ ਮਰੋੜਦਾ ਹੈ, ਬਚਾਅ ਕਰਨ ਦਾ ਯਤਨ ਕਰਦਾ ਵੀ ਮੈਂ ਬਚ ਜਾਵਾਂ, ਮੈਨੂੰ ਛੱਡ ਜਾਣ। ਤੇ ਬਾਣੀ ਕਹਿੰਦੀ ਵੀ ਸਰੀਰ ਨੂੰ ਮਰੋੜ ਕੇ, ਹੱਡਾਂ ਨੂੰ ਤੋੜ ਕੇ ਵਿੱਚੋਂ ਸਵਾਸ ਕੱਢ ਕੇ ਲੈ ਜਾਂਦੇ ਹਨ। ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂਕੜਕਾਏ। ਕਈ ਵਾਰੀ ਤੁਸੀਂ ਵੇਖਿਆ ਹੋਣਾ, ਮਨਮੁਖ ਬੰਦਾ ਜਦੋਂ ਮਰਨ ਲੱਗਦਾ ਹੈ, ਹੱਥ ਪੈਰ ਪੀਲੇ ਹੋ ਜਾਂਦੇ, ਨੀਲੇ ਹੋ ਜਾਂਦੇ, ਕਹਿੰਦਾ ਸਰੀਰ ਬੜਾ ਦੁਖਦਾ ਹੈ, ਹੱਥ ਮੁੜਨਾ ਸ਼ੁਰੂ ਹੋ ਜਾਂਦੇ ਹਨ, ਸਿੱਧੇ ਨਹੀਂ ਹੁੰਦੇ, ਆਕੜ ਜਾਂਦੇ ਹੈ। ਉਹ ਨਿਸ਼ਾਨੀ ਹੈ ਵੀ ਜਮਦੂਤ ਇਹਦੇ ਹੱਡ ਮਰੋੜ ਰਹੇ ਹਨ। ਇਹਦੇ ਹੱਡ ਤੋੜ ਕੇ ਵਿੱਚੋਂ ਜਿੰਦ ਕੱਢਦੇ ਐ, ਸਵਾਸ ਕੱਢਦੇ। ਕਿਉਂ? ਮਨਮੁਖ ਮਰਨਾ ਪਸੰਦ ਹੀ ਨਹੀਂ ਕਰਦਾ ਹੈ।
ਜਿਸ ਤਰ੍ਹਾਂ ਮਨਮੁਖ ਜਮਾਂ ਤੋਂ ਡਰਦਾ ਹੈ ਨਾ, ਜਿਵੇਂ ਉਹਨੂੰ ਜਮਦੂਤ ਦਿਸਦੇ ਅੰਤ ਸਮੇਂ, ਇਵੇਂ ਹੀ ਇਹਨਾਂ ਦੁਸ਼ਮਣਾਂ ਨੂੰ ਰਾਣੀ ਦੀ ਫੌਜ ਜਮਦੂਤਾਂ ਦੀ ਨਿਆਈ ਨਜ਼ਰ ਆਉਣ ਲੱਗੀ। ਸਨਮੁਖ ਜਬ ਅਸਕੀਨ ਲੜਾਈ, ਇਸ ਤਰ੍ਹਾਂ ਜਦੋਂ ਸਨਮੁਖ ਹੋ ਲੜਾਈ ਕੀਤੀ ਹੈ, ਜੰਗ ਲੜਿਆ ਹੈ, ਗੁਰਬਰ ਤੇ ਸਭ ਛਤਰ ਪਲਾਈ। ਸਤਿਗੁਰਾਂ ਦਾ ਐਸਾ ਵਰਦਾਨ ਵਰਤਿਆ, ਸਾਰੇ ਸ਼ਤਰੂ ਵੈਰੀ ਜਿਹੜੇ ਸਨ ਭੱਜ ਗਏ ਜੀ। ਲੀਨੋ ਸਰਬ ਜਾਏ ਨਿਜ ਦੇਸਾ, ਜਾ ਕੇ ਆਪਣਾ ਸਾਰਾ ਦੇਸ਼ ਰਾਜ ਭਾਗ ਸਾਂਭ ਲਿਆ ਇਹਨਾਂ ਨੇ। ਕਰਤ ਭਇਓ ਸੋ ਰਾਜ ਨਰੇਸ਼ਾ, ਰਾਜੇ ਦਾ ਪੁੱਤਰ ਰਾਜ ਭਾਗ ਤੇ ਸੱਜਿਆ ਰਾਜਾ ਬਣ ਗਿਆ। ਹੁਣ ਪਟਨੇ ਨਗਰ ਵਿਖੇ ਰਾਜਧਾਨੀ, ਪਟਨੇ ਨਗਰ ਵਿੱਚ ਫਿਰ ਰਾਜਧਾਨੀ ਬਣਾਈ ਹੈ ਇਸਨੇ। ਰਹਿਤ ਭਇਓ ਗੁਰ ਮਹਿਮਾ ਜਾਨੀ, ਸਤਿਗੁਰੂ ਦੀ ਮਹਾਨ ਮਹਿਮਾ ਜਾਣ ਕੇ ਤੇ ਰਿਹਾ ਇਹ। ਸ੍ਰੀ ਅੰਗਦ ਜੀ ਸੁਨੀਏ ਕਾਨਾ, ਭਾਈ ਬਾਲਾ ਜੀ ਕਹਿੰਦੇ, ਹੈ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਮਹਾਰਾਜ, ਸਤਿਗੁਰੂ ਜੀ ਦੀ ਕਥਾ ਨੂੰ, ਵਡਿਆਈ ਨੂੰ ਆਪਣੇ ਪਵਿੱਤਰ ਕਰਨ ਕੰਨਾਂ ਨਾਲ ਸੁਣੋ। ਤਹਿਤੀ ਸ੍ਰੀ ਗੁਰ ਕੀਨ ਪਿਆਨਾ, ਇਥੋਂ ਫਿਰ ਸਤਿਗੁਰੂ ਮਹਾਰਾਜ ਨੇ ਅੱਗੇ ਨੂੰ ਪਿਆਨਾ ਕੀਤਾ। ਅਪਰਥਾਨ ਕੋ ਗਮਨੇ ਸੁਆਮੀ, ਇਥੋਂ ਮਹਾਰਾਜ ਫਿਰ ਹੋਰ ਜਗ੍ਹਾ ਚਲੇ ਗਏ ਹਨ, ਅੱਗੇ ਜਾ ਕੇ ਸੱਜੇ ਹਨ। ਜਗਤ ਉਦਾਹਰਣ ਕੇਵਲ ਕਾਮੀ, ਗਏ ਕਿੱਥੇ ਨੇ? ਉਹ ਕਥਾ ਸਤਿਗੁਰੂ ਮਹਾਰਾਜ ਜੀ ਦੀ ਅਗਲੇ ਪ੍ਰਸੰਗ ਵਿੱਚ ਕਵੀ ਰਾਜ ਲਿਖ ਰਹੇ ਐ। ਦੋਹਰਾ ਖਲਖੰਡਨ ਜਗ ਮੰਡਲੀ, ਖਲਖੰਡਨ ਜਗ ਮੰਡਨੀ, ਭੁਜ ਦੰਡਨ ਬਰ ਬੰਡ। ਕਵੀ ਰਾਜ ਇਸ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ, ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ, ਉਸ ਚੰਡੀ ਨੂੰ, ਅਕਾਲ ਪੁਰਖ ਪ੍ਰਮਾਤਮਾ ਨੂੰ ਸਨਮੁਖ ਹੋ ਕੇ ਚੰਡੀ ਅਵਤਾਰ ਦੇ ਰੂਪ ਵਿੱਚ ਉਹਨੂੰ ਨਮਸਕਾਰ ਕਰ ਰਹੇ ਹਨ। ਹੇ ਖਲ ਖੰਡਨ, ਖਲ ਮੂਰਖਾਂ ਨੂੰ ਖੰਡਨ ਕਰਨ ਵਾਲੀ, ਮੂਰਖ ਬੁੱਧੀ ਦਾ ਖੰਡਨ ਕਰਨ ਵਾਲੀ, ਜਗ ਮੰਡਨੀ ਸੰਸਾਰ ਦੀ ਰੱਖਿਆ ਕਰਨ ਵਾਲੀ, ਜਗਤ ਵਿੱਚ ਮੰਡੀ ਹੋਈ ਭੁਜ ਦੰਡਨ, ਵੱਡੀਆਂ ਬਾਹਾਂ ਵਾਲੀ, ਬਲਵਾਨ, ਤੇਰੀਆਂ ਬਾਹਾਂ ਵਿੱਚ ਬਹੁਤ ਤਾਕਤ ਹੈ, ਜ਼ੋਰ ਬੜਾ ਹੈ। ਬਰਬੰਡ, ਬੜੇ ਬਰਦਾਨ ਨੇ ਤੇਰੇ ਕੋਲ। ਰੁੰਡ ਕਰਨ ਅਰ ਮੁੰਡ ਪਖ, ਜੈ ਜੈ ਚੰਡ ਪ੍ਰਚੰਡ। ਰੁੰਡ ਕਰਨ, ਜਿਹੜੇ ਤੇਰੇ ਅੱਗੇ ਅੜਦੇ ਐ, ਉਹਨਾਂ ਨੂੰ ਵੱਢ ਕੇ ਖਤਮ ਕਰ ਦਿੰਦੀ ਹੈ। ਔਰ ਇਸ ਤਰੀਕੇ ਦੇ ਨਾਲ ਤੇਰੀ ਭਖ ਜੈ ਜੈ, ਤੇਰੀ ਮੈਂ ਜੈ ਜੈਕਾਰ ਉਚਾਰਦਾ ਹਾਂ। ਹੇ ਅਕਾਲ ਪੁਰਖ ਦੇ ਸਰੂਪ, ਤੈਨੂੰ ਨਮਸਕਾਰ ਹੈ। ਸ੍ਰੀ ਬਾਲਾ ਸੰਦੁਰਵਾਚ ਚੌਪਈ, ਸ੍ਰੀ ਅੰਗਦ ਸੁਨੀਏ ਇਤਿਹਾਸਾ। ਅੱਗੇ ਭਾਈ ਬਾਲਾ ਜੀ ਇਹ ਕਥਾ ਆਰੰਭ ਕਰਦੇ ਐ। ਕਵੀ ਰਾਜ ਲਿਖਦੇ ਕਹਿੰਦੇ, ਕਹਿਣ ਲੱਗੇ, ਹੇ ਸਤਿਗੁਰੂ ਸ਼੍ਰੋਮਣੀ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ, ਸੁਣੋ ਇਤਿਹਾਸ ਹੁਣ। ਮੰਦ ਮੰਦ ਗਮਨੇ ਸੁਖ ਰਾਸਾ, ਸਾਧ ਸੰਗਤ ਜੀ, ਬੜਾ ਪਵਿੱਤਰ ਇਹ ਪ੍ਰਸੰਗ ਹੈ, ਮਹਾਨ ਹੈ। ਸਮੇਂ ਦੇ ਵਿੱਚ ਜਿੰਨਾ ਕੁ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਵਿਚਾਰਦੇ ਪ੍ਰੇਮ ਬਖਸ਼ਿਓ। ਮੰਦ ਮੰਦ, ਹੌਲੀ ਹੌਲੀ। ਭਾਈ ਸਾਹਿਬ ਕਹਿੰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਇਥੋਂ ਫਿਰ ਅੱਗੇ ਚੱਲੇ। ਆਇਓ ਸ੍ਰੀ ਗੰਗਾ ਕੋ ਮੇਲਾ, ਗੰਗਾ ਦਾ ਮੇਲਾ ਲੱਗਦਾ ਹਰਿਦੁਆਰ ਦੀ ਧਰਤੀ ਤੇ, ਯੂਪੀ ਵਾਲੇ ਪਾਸੇ। ਬਹੁਤ ਵੱਡਾ ਕੁੰਭ ਮੇਲਾ ਭਰਦਾ ਹੈ। ਬੜਾ ਲੋਕ ਬੜੇ ਦੂਰੋਂ ਦੂਰੋਂ ਆ ਕੇ ਇਸ਼ਨਾਨ ਕਰਦੇ ਹਨ। ਸਨਾਤਨ ਮਤ ਅਨੁਸਾਰ ਉਹਦਾ ਕਹਿੰਦੇ ਬੜਾ ਵੱਡਾ ਮਹਾਤਮ ਜਾਣਿਆ ਜਾਂਦਾ ਹੈ। ਸੋ ਇਹ ਗੰਗਾ ਦਾ ਮੇਲਾ ਭਰਿਆ ਸਤਿਗੁਰੂ ਜੀ ਨੇ ਵੇਖਿਆ ਹੈ। ਭੀਰ ਭੂਰ ਤਹਿ ਭਈ ਸਕੀਲਾ, ਬੜੀ ਬਹੁਤ ਭੀੜ ਇਸ ਮੇਲੇ ਤੇ ਇਕੱਠੀ ਹੋ ਗਈ ਹੈ। ਪੂਰਬ ਪশ্ਚਮ ਉੱਤਰ ਕੇਰੇ, ਕਹਿੰਦੇ ਪੂਰਬ, ਪশ্ਚਮ, ਉੱਤਰ ਔਰ ਆਦਿਕ ਦਿਸ਼ਾਵਾਂ ਦੇ। ਨਰ ਦੱਖਣ ਕੇ ਆਏ ਕਨੇਰੇ, ਦੱਖਣ ਦੀ ਦਿਸ਼ਾ ਵੱਲੋਂ ਚਾਰ ਸ਼ਫੇਰੇ ਤੋਂ, ਚੌਹਾਂ ਦਿਸ਼ਾਵਾਂ ਤੋਂ ਬਹੁਤ ਲੋਕ ਆਏ ਸਨ। ਮਹਾਪੁਰਬ ਲਖ ਮੱਜਨ ਕਾਰਨ, ਮਹਾਨ ਪੁਰਬ ਜਾਣਿਆ ਗੰਗਾ ਦੇ ਮੇਲੇ ਦਾ। ਇਸ਼ਨਾਨ ਕਰਨ ਆਏ ਨੇ ਸਾਰੇ। ਅਨਗਨ ਨਰ ਪੇ ਕਾਲੁਖ ਉਤਾਰਨ, ਅਨੇਕਾਂ ਲੋਕ ਆਏ ਇੱਥੇ ਪਾਪ ਲਾਉਣ ਦੇ ਲਈ।
ਜਿਵੇਂ ਸਿੱਖ ਭਾਵਨਾ ਰੱਖਦੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਰੋਵਰ ਤੇ, ਜਿਵੇਂ ਸਿੱਖਾਂ ਦੀ ਭਾਵਨਾ ਹੈ ਬੌਲੀ ਸਾਹਿਬ ਤੇ, ਇਵੇਂ ਇਹਨਾਂ ਦੀ ਆਸਥਾ ਸੀ। ਇਹ ਆਸਥਾ ਨੂੰ ਲੈ ਕੇ ਆਏ। ਸਿੱਖ ਮੰਨਦਾ ਹੈ, ਭਾਵਨਾ ਵਾਲਾ ਸਿੱਖ ਇਹ ਮੰਨਦਾ ਵੀ ਜੇ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰਾਂ, ਇਸ਼ਨਾਨ ਕਰ ਲਵਾਂ, ਮੇਰੇ ਗੁਨਾਹ ਬਖਸ਼ੇ ਜਾਂਦੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਮੈਨੂੰ ਭੁੱਲੇ ਨੂੰ ਆਪਣੇ ਚਰਨਾਂ ਨਾਲ ਲਾ ਲੈਂਦੇ ਹਨ, ਔਰ ਹੈ ਵੀ ਬਖਸ਼ਿਸ਼ਾਂ ਹੁੰਦੀਆਂ ਹਨ। ਸਤਿਗੁਰੂ ਜੀ ਦਾ ਸਥਾਨ ਬੜਾ ਵੱਡਾ ਹੈ, ਮਹਾਰਾਜ ਦਾ ਸਰੋਵਰ ਬਹੁਤ ਮਹਾਨ ਹੈ। ਭੈ ਭਾਵਨਾ ਸ਼ਰਧਾ ਗੁਰਸਿੱਖ ਨੇ ਰੱਖਣੀ ਹੈ ਹਿਰਦੇ ਦੇ ਅੰਦਰ। ਜਿਸ ਤਰ੍ਹਾਂ ਤੁਸੀਂ ਸਤਿਗੁਰਾਂ ਦੇ ਦਰ ਤੇ ਆਸਥਾ ਲੈ ਕੇ ਭਾਵਨਾ ਨਾਲ ਲਾਉਨੇ, ਐਵੇਂ ਕਹਿੰਦੇ ਲੋਕ ਬਹੁਤ ਆਏ ਇੱਥੇ ਗੰਗਾ ਨਹਾਉਣ। ਕਹਾਂ ਜਾਈ ਡੇਰਾ ਕੀ ਸੁਆਮੀ, ਅਨਗਨ ਨਰ ਭੇ ਕਲਖ ਉਤਾਰ। ਅਨੇਕਾਂ ਲੋਕ ਆ ਗਏ, ਕਾਦੇ ਲਈ? ਮਨ ਵਿੱਚ ਇਹ ਸੀ ਵੀ ਸਾਡੇ ਪਾਪ ਇੱਥੇ ਇਸ਼ਨਾਨ ਕਰਕੇ ਉਤਰ ਜਾਣਗੇ। ਕਹਾਂ ਜਾਈ ਡੇਰਾ ਕੀ ਸੁਆਮੀ, ਇੱਥੇ ਜਾ ਕੇ ਸਤਿਗੁਰੂ ਮਹਾਰਾਜ ਨੇ ਆਪਣਾ ਆਸਣ ਲਾਇਆ ਹੈ। ਵੱਡੀ ਭੀੜ ਲੱਖ ਅੰਤਰ ਜਾਮੀ, ਵੱਡੀ ਭੀੜ ਜਾਣੀ ਮਹਾਰਾਜ ਨੇ ਵੀ ਲੋਕ ਬੜੇ ਨੇ, ਬੜੀ ਭੀੜ ਇਕੱਠ ਹੈ, ਔਰ ਇੱਥੇ ਉਪਦੇਸ਼ ਦੇਣਾ ਚਾਹੀਦਾ। ਸਭ ਕੇ ਹਿਰਦੇ ਮਲੀਨ ਬਿਲੋਕੰ, ਹੁਣ ਅੰਤਰਜਾਮੀ ਸਤਿਗੁਰਾਂ ਤੋਂ ਭਲਾ ਕੀ ਲੁਕਿਆ ਹੋਇਆ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੇਰੇ ਸਮੇਤ ਆਪਾਂ ਜਿੰਨੇ ਵੀ ਇੱਥੇ ਸੰਗਤ ਰੂਪ ਬੈਠੇ ਹਾਂ, ਸਾਡੇ ਕੱਲੇ ਕੱਲੇ ਦੇ ਮਨ ਦਾ ਮਹਾਰਾਜ ਨੂੰ ਪਤਾ ਹੈ ਵੀ ਅਸੀਂ ਕਿੰਨੀ ਕੁ ਭਾਵਨਾ ਦੇ ਨਾਲ, ਕਿਵੇਂ ਦੀ ਵਿਚਾਰਧਾਰਾ ਲੈ ਕੇ, ਕੀ ਖਿਆਲ ਲੈ ਕੇ ਬੈਠੇ ਹੋਏ ਹਾਂ। ਸੱਚ ਤਾਂ ਇਹ ਹੈ, ਮੈਂ ਕਈ ਵਾਰੀ ਬੇਨਤੀ ਕਰਦਾ, ਜਦੋਂ ਤੁਸੀਂ ਘਰੋਂ ਤੁਰਦੇ ਆ ਮਹਾਰਾਜ ਉਦੋਂ ਹੀ ਸਮਝ ਜਾਂਦੇ ਹਨ ਤੁਸੀਂ ਇੱਥੇ ਕੀ ਮੰਗਣਾ ਹੈ, ਕੀ ਲੈ ਕੇ ਆ ਰਹੇ ਹੋ। ਅੰਤਰਜਾਮੀ ਨੇ ਸਤਿਗੁਰੂ। ਇਸ ਕਰਕੇ ਮਹਾਰਾਜ ਜਦੋਂ ਇੱਥੇ ਗਏ ਨਾ ਹਰਿਦੁਆਰ ਗੰਗਾ ਦੇ ਮੇਲੇ ਤੇ, ਵੇਖਿਆ ਵੀ ਭੀੜ ਬਹੁਤ ਹੈ ਤੇ ਸਭ ਕੇ ਹਿਰਦੇ ਮਲੀਨ ਬਿਲੋਕੰ। ਕਵਿਰਾਜ ਕਹਿੰਦੇ ਮਹਾਰਾਜ ਨੇ ਅੰਤਰਜਾਮਤਾ ਨਾਲ ਵੇਖਿਆ ਜਿੰਨੇ ਲੋਕ ਸਨ ਸਾਰਿਆਂ ਦੇ ਹਿਰਦੇ ਮਲੀਨ ਸਨ, ਕਿਸੇ ਦਾ ਵੀ ਪਵਿੱਤਰ ਨਹੀਂ ਸੀ। ਨਹਾਉਣ ਆਏ ਸਨ, ਅੰਦਰੋਂ ਮੈਲਤਾ ਸੀ, ਅੰਦਰ ਈਰਖਾ ਸੀ, ਅੰਦਰ ਕੋੜ ਸੀ। ਸਿੱਖੋ, ਸੱਚਖੰਡ ਸਾਹਿਬ ਜਾਓ, ਸਤਿਗੁਰੂ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰੋ, ਪਰ ਇੱਕ ਗੱਲ ਦਾ ਖਿਆਲ ਜ਼ਰੂਰ ਰੱਖੋ, ਇਸ਼ਨਾਨ ਕਰਦਿਆਂ ਨਾਲ ਦੇ ਨਾਲ ਈਰਖਾ ਨਾ ਕਰਿਆ ਕਰੋ ਵੀ ਮੈਂ ਪਹਿਲਾਂ ਨਹਾ ਲਵਾਂ ਇਹ ਬਾਅਦ ਵਿੱਚ ਅੱਗੇ ਹੋਵੇ। ਜੇ ਇੱਥੇ ਆਣ ਕੇ ਪ੍ਰਕਰਮਾਂ 'ਚ ਵੀ ਈਰਖਾ ਨਾ ਮੁੱਕੀ, ਫਿਰ ਮੁੱਕੇਗੀ ਕਿੱਥੇ? ਜੇ ਤੁਹਾਡੀ ਈਰਖਾ, ਤੁਹਾਡੇ ਮਨ ਦੀ ਭੜਾਸ ਸਤਿਗੁਰੂ ਜੀ ਦੇ ਘਰ ਜਾਂਦਿਆਂ ਦਰਸ਼ਨੀ ਡਿਓੜੀ ਤੋਂ ਗਾਂ ਨੂੰ ਜਿਹੜਾ ਪੁਲ ਹੈ, ਜਿਸ ਪੁਲ ਤੋਂ ਭੀੜ ਬੜੀ ਹੁੰਦੀ ਸੰਗਤ ਦੀ, ਉੱਥੇ ਆਣ ਕੇ ਵੀ ਕਈ ਇਹ ਸੋਚਦੇ ਮੈਂ ਪਹਿਲਾਂ ਲੰਘ ਜਾਵਾਂ, ਜੇ ਨਾਲ ਕੋਈ ਵੱਜ ਗਿਆ ਜ਼ੋਰ ਨਾਲ ਲੈ ਕਿਉਂ ਵੱਜਿਆ। ਜੇ ਇੱਥੇ ਵੀ ਈਰਖਾ ਰੱਖੀ ਫਿਰ ਕਿੱਥੇ ਕੱਢੋਗੇ ਇਸ ਨੂੰ? ਜਾ ਕੇ ਬਾਹਰ ਗੁਨਾਹ ਕਰਾਂਗੇ, ਇੱਥੇ ਆਣ ਕੇ ਕੰਨ ਫੜ ਕੇ ਮੁਆਫੀ ਮੰਗ ਲਾਵਾਂਗੇ, ਮਹਾਰਾਜ ਬਖਸ਼ ਦੋ ਤੇ ਸਤਿਗੁਰੂ ਬਖਸ਼ ਦੇਣਗੇ। ਜੇ ਇੱਥੇ ਗੁਨਾਹ ਕਰ ਲਿਆ ਫਿਰ ਕਿਹਦੇ ਕੋਲੋਂ ਮਾਫੀ ਮੰਗਣੀ ਹੈ? ਇਸ ਕਰਕੇ ਸਰੋਵਰ 'ਚ ਇਸ਼ਨਾਨ ਕਰੋ, ਸਤਿਗੁਰੂ ਜੀ ਦੇ ਘਰ ਆਓ, ਗੁਰੂ ਘਰ ਆ ਕੇ ਬਾਣੀ ਪੜੋ, ਨਿਤਨੇਮ ਕਰੋ, ਪਰ ਮਨ ਵਿੱਚ ਈਰਖਾ ਨਾ ਹੋਵੇ, ਮਨ ਮੈਲਾ ਨਾ ਹੋਵੇ, ਮਨ ਦੇ ਅੰਦਰ ਕੋਈ ਭੈੜੀ ਵਿਚਾਰ ਨਾ ਹੋਵੇ, ਇਹਨਾਂ ਖਿਆਲ ਰੱਖਣਾ ਹੈ। ਸਤਿਗੁਰੂ ਜੀ ਨੇ ਵੇਖਿਆ ਵੀ ਆਏ ਤੇ ਨੇ ਨਹਾਉਣ, ਪਰ ਮਨ ਸਾਰਿਆਂ ਦੇ ਖੋਟੇ ਹਨ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾਉ ਚੜੀਐਸ ਹੋਰ। ਇਹ ਹਸ਼ਰ ਹੋ ਜਾਂਦਾ ਹੈ। ਇਸ ਕਰਕੇ ਜਦੋਂ ਹਿਰਦਾ ਮਲੀਨ ਵੇਖਿਆ ਇਹਨਾਂ ਦਾ, ਨਿਰਮਲ ਕਰ ਮਨ ਕਿਨਹੁ ਨ ਰੋਕੰ, ਕਿਸੇ ਨੇ ਵੀ ਮਨ ਨਿਰਮਲ ਕਰਕੇ ਰੋਕਿਆ ਹੋਇਆ ਨਹੀਂ ਸੀ ਵਿਕਾਰਾਂ ਤੋਂ, ਜਾਂ
ਸੰਸਾਰੀ ਸੁਖਾਂ ਵਾਲੇ ਪਾਸਿਓ ਜਾਂ ਸੰਸਾਰੀ ਇੱਛਾਵਾਂ ਵਾਲੇ ਪਾਸਿਓ ਸਥਿਰ ਨਹੀਂ ਸੀ ਕੀਤਾ। ਰੈਨ ਬਿਤੀ ਹੋਈ ਜਬ ਪੂਰਾ, ਰਾਤ ਬਤੀਤ ਹੋ ਗਈ ਜਦੋਂ ਸਵੇਰ ਹੋਈ ਅੰਮ੍ਰਿਤ ਵੇਲਾ। ਮੱਜਨ ਕਰਨ ਗਏ ਪਲ ਠੌਰਾ, ਮਹਾਰਾਜ ਚੰਗੀ ਜਗ੍ਹਾ ਵੇਖ ਕੇ ਇੱਕ ਕੰਢੇ ਇਸ਼ਨਾਨ ਕਰਨ ਗਏ ਹਨ। ਕਈ ਲੱਛ ਮੱਜਨ ਨਰ ਕਰਹੀ, ਕਵੀ ਰਾਜ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਕੀ ਵੇਖਿਆ, ਕਈ ਲੱਖ ਲੋਕ ਇੱਥੇ ਨਹਾ ਰਹੇ ਸਨ, ਬੜਾ ਇਕੱਠ ਸੀ ਇੱਥੇ। ਭਾਉ ਭਗਤ ਕੋ ਉਰ ਮਹਿ ਤਰਹੀ, ਕਿਸੇ ਦੇ ਮਨ ਵਿੱਚ ਭੈ ਨਹੀਂ ਸੀ, ਕਿਸੇ ਦੇ ਮਨ ਵਿੱਚ ਭਗਤੀ ਬੰਦਗੀ ਪ੍ਰੇਮ ਭਾਵਨਾ ਨਹੀਂ ਸੀ। ਤੇ ਯਾਦ ਰੱਖੋ, ਜਿੰਨਾ ਚਿਰ ਤੁਹਾਡੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਭਾਉ ਤੇ ਭੈ ਨਹੀਂ ਨਾ ਆਉਂਦਾ, ਭਾਵਨਾ ਨਹੀਂ ਵੱਜਦੀ, ਔਰ ਸਤਿਗੁਰਾਂ ਦਾ ਡਰ ਨਹੀਂ ਬੈਠਦਾ ਮਨ ਅੰਦਰ। ਡਰ ਦਾ ਮਤਲਬ ਇਹ ਨਹੀਂ ਵੀ ਗੁਰੂ ਕੋਈ ਜਿੰਨ ਭੂਤ ਨਹੀਂ ਜਿਹੜਾ ਡਰਾਉਂਦਾ ਹੈ। ਡਰ ਤੋਂ ਭਾਵ ਇਹ ਹੈ ਸਤਿਗੁਰਾਂ ਦਾ ਸਤਿਕਾਰ ਰੱਖਣਾ, ਮਹਾਰਾਜ ਦਾ ਅਦਬ ਰੱਖਣਾ ਹਿਰਦੇ ਦੇ ਅੰਦਰ। ਇੱਥੇ ਆ ਕੇ ਖਿਆਲ ਰੱਖਣਾ, ਮੈਂ ਆਹ ਬੋਲ ਨਹੀਂ ਬੋਲਣਾ ਜਿਹੜਾ ਮੇਰੇ ਸਤਿਗੁਰਾਂ ਨੂੰ ਭਾਉਂਦਾ ਨਹੀਂ ਹੈ। ਮੈਂ ਉਹ ਕੰਮ ਇੱਥੇ ਗੁਰੂ ਸਾਹਿਬ ਦੇ ਸਨਮੁਖ ਨਹੀਂ ਕਰਨਾ ਜਿਹੜਾ ਗੁਰੂ ਨੂੰ ਪ੍ਰਵਾਨ ਨਹੀਂ। ਐਸੀ ਭੈ ਔਰ ਭਾਵਨਾ ਜਿੰਨਾ ਚਿਰ ਨਹੀਂ ਨਾ ਤੁਹਾਡੇ ਮਨ ਅੰਦਰ, ਉਹਨਾਂ ਚਿਰ ਭਰਮਾਂ ਵਿੱਚ ਹੀ ਭੁੱਲੇ ਰਵਾਂਗੇ। ਤੇ ਜਦੋਂ ਭੈ ਭਗਤੀ ਭਾਵਨਾ ਪੂਰਨ ਤਰੀਕੇ ਨਾਲ ਸਜੀ ਹੋਈ ਅੰਦਰ, ਫਿਰ ਕੋਈ ਲੱਖੀ ਹੋਰ ਲਾ ਲਵੇ ਪ੍ਰੇਮੀ ਗੁਰਸਿੱਖ ਨੂੰ ਵੀ ਚੱਲ ਮੜੀ ਤੇ ਮੱਥਾ ਟੇਕੀਏ, ਨਹੀਂ ਜਾਵੇਗਾ, ਕਦੇ ਵੀ ਨਹੀਂ ਜਾਵੇਗਾ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਗੁਰਸਿੱਖ ਦੀ ਅਵਸਥਾ ਐਸੀ ਹੋ ਜਾਂਦੀ, ਮਹਾਰਾਜ ਲਿਖਦੇ ਹਨ। ਇਸ ਲਈ ਭੈ ਭਾਵਨਾ ਰੱਖੋ, ਪ੍ਰੇਮ ਦੇ ਵਿੱਚ ਸੱਜ ਜਾਓ। ਕਵੀ ਰਾਜ ਲਿਖਦੇ, ਮਹਾਰਾਜ ਨੇ ਵੇਖਿਆ ਵੀ ਇੱਥੇ ਨਹਾਉਣ ਆਏ ਨੇ ਬਹੁਤ, ਪਰ ਕਿਸੇ ਦੇ ਮਨ ਵਿੱਚ ਭੈ ਭਗਤੀ ਨਹੀਂ ਹੈ ਜੀ। ਦੇ ਸੂਰਜ ਕੋ ਨੀਰ ਕਨੇਰਾ, ਕਹਿੰਦੇ ਇਸ ਤਰ੍ਹਾਂ ਦੇ ਸੂਰਜ ਕੋ ਨੀਰ ਕਨੇਰਾ, ਬੁੱਕਾਂ ਭਰ ਭਰ ਕੇ ਨਾ ਪਾਣੀ ਦੀਆਂ ਸੂਰਜ ਵੱਲ ਨੂੰ ਸੁੱਟ ਰਹੇ ਸਨ ਇਹ। ਫਿਰ ਨਹਿ ਮਨ ਛਿਨ ਚਾਹੂ ਦਿਸ ਫੇਰਾ, ਮਨ ਨਹੀਂ ਸੀ ਟਿਕਿਆ, ਚਾਰ ਚੁਫੇਰੇ ਚੜਿਆ ਤੁਰਿਆ ਫਿਰਦਾ ਸੀ ਇਹ। ਤਿੰਨ ਕੇ ਵਿੱਚ ਪਹੁੰਚੇ ਜਬ ਹੀ, ਜਦੋਂ ਮਹਾਰਾਜ ਇਹਨਾਂ ਦੇ ਵਿੱਚ ਜਾ ਪੁੱਜੇ ਹਨ। ਨਾਨਕੀਨ ਸ੍ਰੀ ਸਤਿਗੁਰ ਤਬ ਹੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਇਸ਼ਨਾਨ ਕੀਤਾ ਇੱਥੇ। ਪশ্ਚਮ ਵਿੱਚ ਪਹੁੰਚੇ ਜਬ ਹੀ, ਸਤਿਗੁਰੂ ਜਦੋਂ ਇੱਥੇ ਜਾ ਕੇ ਸਤਿਗੁਰਾਂ ਇਸ਼ਨਾਨ ਕੀਤਾ, ਪশ্ਚਮ ਦਿਸ਼ ਮੁਖ ਕਰ ਗੁਣ ਖਾਨੀ, ਪশ্ਚਮ ਦੀ ਦਿਸ਼ਾ ਵੱਲ ਨੂੰ ਗੁਣਾਂ ਦੇ ਖਾਨ ਸਤਿਗੁਰਾਂ ਨੇ ਆਪਣਾ ਮੁਖ ਕੀਤਾ। ਕਰ ਅੰਜੁਲ ਸੋ ਸਿੰਚਤ ਪਾਨੀ, ਪশ্ਚਮ ਦੀ ਦਿਸ਼ਾ ਵੱਲ ਨੂੰ ਮੁਖ ਕਰਕੇ ਨਾ ਮਹਾਰਾਜ ਤੇ ਬੁੱਕ ਭਰ ਭਰ ਕੇ ਪਾਣੀ ਦੇ ਸਤਿਗੁਰੂ ਸੱਚੇ ਪਾਤਸ਼ਾਹ ਪশ্ਚਮ ਦੀ ਦਿਸ਼ਾ ਵੱਲ ਨੂੰ ਸੁੱਟਣ ਲੱਗ ਪਏ। ਕਿਤਕ ਕਾਲ ਕਰ ਇਸੀ ਪ੍ਰਕਾਰਾ, ਕੁਝ ਕੁ ਸਮਾਂ ਮਹਾਰਾਜ ਨੇ ਇਸੇ ਤਰ੍ਹਾਂ ਕਾਰਜ ਕੀਤਾ। ਸੁਰ ਸਰ ਕੇ ਮਾਦ ਖਰੇ ਉਦਾਰਾ, ਸੁਰਸਰ ਇਸ ਗੰਗਾ ਦੇ ਵਿਚਕਾਰ ਖੜੇ ਹੋ ਕੇ ਸਤਿਗੁਰੂ ਮਹਾਰਾਜ ਨੇ ਕੁਝ ਸਮਾਂ ਇਸੇ ਤਰ੍ਹਾਂ ਬਤੀਤ ਕਰਦਿਆਂ ਇਹ ਕੰਮ ਕੀਤਾ ਹੈ। ਲੋਕ ਬਿਲੋਕਤ ਅਚਰਜ ਮਾਨਹੀ, ਲੋਕ ਵੇਂਦੇ ਨੇ, ਬੜੀ ਦੁਨੀਆ ਇਕੱਠੀ ਹੋਈ ਸੀ, ਇਸ਼ਨਾਨ ਕਰਨ ਵਾਲੇ ਬਹੁਤ ਸਨ। ਤੇ ਮਹਾਰਾਜ ਜਦੋਂ ਬੁੱਕਾਂ ਨਾਲ ਪਾਣੀ ਪশ্ਚਮ ਵੱਲ ਨੂੰ ਪਾਉਣ ਲੱਗ ਪਏ ਤੇ ਸਾਰੇ ਵੇਖੀ ਜਾਣ ਵੀ ਇਹ ਕੀ ਹੋ ਰਿਹਾ ਹੈ। ਪਾਣੀ ਅਸੀਂ ਵੀ ਪਾ ਰਹੇ ਬੁੱਕਾਂ ਭਰ ਭਰ ਕੇ, ਪਰ ਅਸੀਂ ਸੂਰਜ ਵੱਲ ਨੂੰ ਸੁੱਟਦੇ ਹਾਂ। ਇਹ ਸਾਰਿਆਂ ਨਾਲੋਂ ਵੱਖਰਾ ਕੌਣ ਹੈ ਜਿਹੜਾ ਪশ্ਚਮ ਦੀ ਦਿਸ਼ਾ ਵੱਲ ਜਲ ਸੁੱਟ ਰਿਹਾ ਹੈ? ਇਹ ਕੌਣ ਸੇ ਬਚਨ ਬਖਾਨਹੀ, ਆਪਸ ਵਿੱਚ ਲੋਕੀ ਲੱਗ ਪਏ ਗੱਲਾਂ ਕਰਨ, ਇੱਕ ਦੂਜੇ ਨੂੰ ਕਹਿੰਦੇ ਪਤਾ ਨਹੀਂ ਇਹ ਕੌਣ ਹੈ, ਪਤਾ ਨਹੀਂ ਕਿੱਥੋਂ ਆਇਆ, ਕਿਹੜੀ ਜਾਤੀ ਦਾ, ਕੀ ਕਰਦਾ ਇਹ। ਹਿੰਦੂ ਕੀ ਦੋ ਤੁਰਕ ਹੈ ਕੋਈ, ਸਮਝ ਨਹੀਂ ਆਉਂਦੇ ਵੀ ਇਹ ਹਿੰਦੂ ਹੈ ਜਾਂ ਤੁਰਕ ਹੈ। ਦੋ ਹੀ ਸਨ ਨਾ ਉਦੋਂ ਇਹ ਰੱਖਦੇ ਵੀ ਜੇ ਤੁਰਕ ਹੈ ਤੇ ਗੰਗਾ ਵਿੱਚ ਲੈਣ ਕੀ ਆਇਆ, ਤੁਰਕ ਨੇ ਆਉਣਾ ਨਹੀਂ ਸੀ ਗੰਗਾ ਨਹਾਉਣ। ਜੇ ਹਿੰਦੂ ਹੈ
ਤੇ ਹਿੰਦੂ ਫਿਰ ਪਸ਼ਚਮ ਨੂੰ ਪਾਣੀ ਕਿਉਂ ਸੁੱਟਦਾ, ਸੂਰਜ ਵੱਲ ਨੂੰ ਪਾਉਂਦਾ ਇਹ। ਜਾਨੀ ਜਾਏ ਨਾ ਇਹ ਗਤ ਜੋਈ, ਇਹ ਗਤੀ ਜਾਣੀ ਨਹੀਂ ਜਾ ਸਕਦੀ, ਸਮਝ ਨਹੀਂ ਆ ਰਹੇ। ਇਸ ਪ੍ਰਕਾਰ ਉਰੀ ਅਚਰਜ ਧਰ ਕੇ, ਇਸ ਤਰ੍ਹਾਂ ਮਨ ਵਿੱਚ ਬਹੁਤੇ ਹੈਰਾਨ ਹੋ ਕੇ ਬੂਝਤ ਗੁਰ ਸੋ ਬਚਨ ਉਚਰ ਕੇ। ਸਤਿਗੁਰਾਂ ਕੋਲ ਆ ਗਏ। ਫਿਰ ਜਦੋਂ ਨਾ ਸਮਝ ਲੱਗੀ, ਰਿਹਾ ਨਾ ਗਿਆ, ਤੇ ਮਹਾਰਾਜ ਕੋਲ ਆ ਕੇ ਹੱਥ ਜੋੜ ਕੇ ਕਹਿੰਦੇ ਵੀ ਸਾਨੂੰ ਇੱਕ ਗੱਲ ਦੱਸੋ। ਹਿੰਦੂ ਕਿਦੋ ਤੁਰਕ ਤੂੰ ਕੋਈ, ਕਹਿੰਦੇ ਵੀ ਤੂੰ ਹਿੰਦੂ ਹੈ ਜਾਂ ਤੁਰਕ ਹੈ, ਤੇਰਾ ਧਰਮ ਤੇਰੀ ਜਾਤ ਕੀ ਹੈ, ਹਿੰਦੂ ਜਾਂ ਮੁਸਲਮਾਨ ਤੁਰਕ। ਕਹੋ ਸਾਚ ਨਹਿ ਰਾਖੋ ਗੋਈ, ਕਹਿੰਦੇ ਫਿਰ ਡਰਦਾ ਹੋਇਆ ਝੂਠ ਨਾ ਬੋਲ ਦਵੀਂ ਵੀ ਤੂੰ ਸਾਡੇ ਦਰਿਆ ਵਿੱਚ ਕਿਵੇਂ ਆ ਗਿਆ ਤੁਰਕਾ। ਜੇ ਤੁਰਕ ਹੈ ਤਾਂ ਵੀ ਸੱਚ ਕਹੀਂ, ਜੇ ਹਿੰਦੂ ਹੈ ਤਾਂ ਵੀ ਸੱਚ ਬੋਲੀ। ਫਿਰ ਤੁਰਕ ਜੀ ਹੈ ਗੰਗਾ ਕਿਉਂ ਆਇਓ, ਜੇ ਤੂੰ ਤੁਰਕ ਹੈ ਤੇ ਫਿਰ ਦੱਸ ਤੂੰ ਗੰਗਾ ਤੇ ਕੀ ਲੈਣ ਆਇਆ, ਤੇਰਾ ਇੱਥੇ ਕੰਮ ਹੀ ਕੋਈ ਨਹੀਂ, ਤੁਸੀਂ ਤਾਂ ਇਹਨੂੰ ਮੰਨਦੇ ਹੀ ਨਹੀਂ ਹੋ। ਮਿਲ ਹਿੰਦੂਨ ਮੈਂ ਨਾਨ ਰਚਾਇਓ, ਹਿੰਦੂਆਂ ਦੇ ਵਿੱਚ ਖੜ ਕੇ ਕਿਉਂ ਇਸ਼ਨਾਨ ਕਰਦਾ। ਜੀ ਹਿੰਦੂ ਪਸ਼ਚਮ ਮੁਖ ਕਰਕੇ, ਫਿਰ ਜੇ ਹਿੰਦੂ ਤਾਂ ਫਿਰ ਤੈਨੂੰ ਇੰਨੀ ਨਹੀਂ ਸਮਝ ਵੀ ਸੂਰਜ ਤਾਂ ਇਧਰਲੇ ਪਾਸੇ ਇਧਰ ਨੂੰ ਪਾਣੀ ਦੇਣਾ ਸੂਰਜ ਨੂੰ। ਫਿਰ ਤੂੰ ਹਿੰਦੂ ਹੋਣ ਦੇ ਬਾਵਜੂਦ ਪਸ਼ਚਮ ਵੱਲ ਨੂੰ ਮੂੰਹ ਕਰਕੇ ਪਾਣੀ ਕਿਉਂ ਸੁੱਟ ਰਿਹਾ। ਨਾਏ ਦੇਤ ਜਲ ਕਿਆ ਸੋ ਵਿਚਰ ਕੇ, ਕਿਉਂ ਨਹਾਇਆ ਹੈ, ਕਿਹੜਾ ਨਹਾਵੇਗਾ ਤੇਰੇ ਇਸ ਸੁੱਟੇ ਹੋਏ ਜਲ ਦੇ ਨਾਲ, ਕੀ ਵਿਚਾਰ ਕੇ ਪਾਣੀ ਇਧਰ ਪਾ ਰਿਹਾ ਦੱਸ। ਇਤ ਦਿਸ ਕਿਸ ਕੋ ਦੇਵੇ ਪਾਨੀ, ਜਿਵੇਂ ਇਹ ਆਪ ਸਮਝਦੇ ਸਨ, ਮੰਨਦੇ ਸਨ, ਭੁਲੇਖਿਆਂ ਵਿੱਚ ਬੱਝੇ ਹੋਏ ਲੋਕ ਵੀ ਸਾਡੇ ਪਿੱਤਰ ਉੱਤੇ ਬੈਠੇ ਨੇ, ਤੇ ਜਦੋਂ ਅਸੀਂ ਬੁੱਕ ਭਰ ਕੇ ਪਾਣੀ ਪਾਉਂਦੇ ਉਹ ਪੀ ਲੈਂਦੇ, ਰੱਜ ਜਾਂਦੇ ਹਨ, ਉਹ ਸਾਡੇ ਦਿੱਤੇ ਪਾਣੀ ਨਾਲ ਨਹਾ ਰਹੇ ਐ। ਉਵੇਂ ਹੀ ਮਹਾਰਾਜ ਨੂੰ ਵੀ ਕਹਿੰਦੇ ਵੀ ਤੂੰ ਇਧਰ ਨੂੰ ਪਾਣੀ ਕਿਹਨੂੰ ਪਿਆਉਣਾ, ਕੌਣ ਲੈਂਦਾ ਤੇਰਾ ਪਾਣੀ ਇਸ ਪਾਸੇ। ਕਹਿ ਕੇ ਕਹੇ ਰੀਤ ਨਹੀਂ ਠਾਨੀ, ਇਹ ਨਵੀਂ ਮਰਿਆਦਾ ਤੋਰ ਲਈ ਕਿਹਦੇ ਕਹੇ ਤੇ, ਕਿਹੜਾ ਤੈਨੂੰ ਸਿੱਖਿਆ ਦੇ ਗਿਆ ਏਡੀ ਮਹਾਨ। ਸੁਨ ਕਰ ਬੋਲੇ ਕਿਰਪਾ ਨਿਦਾਨਾ, ਸੁਣ ਕੇ ਅੰਤਰਜਾਮੀ ਕਿਰਪਾ ਦੇ ਘਰ ਮਹਾਰਾਜ ਬਚਨ ਕਰਨ ਲੱਗੇ ਨੇ। ਤੁਮ ਇਤ ਦਿਸ ਜਲ ਦੇਹੋ ਕਿਆ ਜਾਨਾ, ਮਹਾਰਾਜ ਕਹਿੰਦੇ ਮੈਂ ਬਾਅਦ ਚ ਦੱਸਾਂਗਾ, ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਸੂਰਜ ਵੱਲ ਨੂੰ ਪਾਣੀ ਕਿਉਂ ਦੇ ਰਹੇ, ਕੀ ਜਾਣ ਕੇ ਦੇ ਰਹੇ ਹੋ। ਕਿ ਤੁਮ ਦੇਹੋ ਕੌਣ ਤਿਹ ਲਈ, ਉਧਰ ਤੁਹਾਡਾ ਕੌਣ ਬੈਠਾ ਜਿਹੜਾ ਤੁਹਾਡੇ ਕੋਲੋਂ ਬੁੱਕਾਂ ਦੀਆਂ ਬੁੱਕਾਂ ਪਾਣੀ ਲਈ ਜਾਂਦਾ ਹੈ, ਕਿਹਨੂੰ ਪਾ ਰਹੇ ਹੋ, ਕਿਹਨੂੰ ਪਿਲਾ ਰਹੇ, ਦੱਸੋ ਜਰਾ ਮੈਨੂੰ। ਜਦੋਂ ਤੁਸੀਂ ਦੱਸ ਦੋ ਫਿਰ ਮੈਂ ਦੱਸਾਂਗਾ ਮੈਂ ਕਿਹਨੂੰ ਪਾਣੀ ਦਿੱਤਾ ਹੈ। ਪ੍ਰਥਮ ਬਤਾਵੋ ਮੁਝ ਕੋ ਸੇਈ, ਮਹਾਰਾਜ ਕਹਿੰਦੇ ਪਹਿਲਾਂ ਮੇਰਾ ਸਵਾਲ ਹੈ, ਮੈਨੂੰ ਜਵਾਬ ਦੇ ਦਿਓ ਤੁਸੀਂ। ਨਰ ਬੋਲੇ ਜੇ ਪਿਤਰ ਹਮਾਰੇ, ਉਹ ਹੁਣ ਉਹ ਭਰਮ ਦੇ ਵਿੱਚ ਬੱਝੇ ਸਨ, ਭੁਲੇਖਾ ਬੜਾ ਸੀ ਵੀ ਸਾਡੇ ਪਿੱਤਰ ਨੇ ਉੱਤੇ ਬੈਠੇ ਹੋਏ। ਜੀਵਤ ਪਿੱਤਰ ਨਾ ਮਾਨੈ ਕੋਊ, ਮੂਏ ਸਰਾਧ ਕਰਾਹੀ। ਜਿੰਦਿਆਂ ਦਾ ਸਤਿਕਾਰ ਕੋਈ ਨਹੀਂ, ਜਿੰਦਿਆਂ ਨੂੰ ਪ੍ਰਸ਼ਾਦਾ ਨਹੀਂ ਪੁੱਛਦੇ ਚੰਗੀ ਤਰ੍ਹਾਂ, ਸੇਵਾ ਨਹੀਂ ਕਰਦੇ ਮਾਤਾ ਪਿਤਾ ਦੀ, ਧੱਕੇ ਮਾਰਦੇ ਐ, ਮੰਦਾ ਬੋਲਦੇ ਹਨ, ਇੱਜ਼ਤ ਖਰਾਬ ਕਰਦੇ ਐ, ਔਰ ਮਰਨ ਤੋਂ ਬਾਅਦ ਫਿਰ ਉਹਨਾਂ ਦੇ ਸ਼ਰਾਧ ਕਰਾਉਂਦੇ ਫਿਰਦੇ ਹਨ। ਸਿੱਖੋ ਬਚ ਕੇ ਰਿਹਾ ਕਰੋ ਇਸ ਕਰਮ ਕਾਂਡ ਤੋਂ, ਸਾਡੇ ਵਿੱਚ ਵੀ ਇਹ ਆ ਗਿਆ ਬਹੁਤਾ। ਗੁਰਸਿੱਖ ਵੀ ਮੰਜਾ ਬਿਸਤਰਾ ਜੋੜਾ ਥਾਲੀ ਬਰਤਨ ਬਾਟੇ ਲੈ ਕੇ ਜਾਂਦਾ ਗੁਰਦੁਆਰੇ ਬਜ਼ੁਰਗ ਦੇ ਭੋਗ ਤੇ ਬੇਨਤੀ ਕਰਾਂ ਲੈ ਕੇ ਜਾਓ, ਰੋਕ ਕੋਈ ਨਹੀਂ ਹੈ। ਪਰ ਸਾਡੀ ਜਿਹੜੀ ਇੱਕ ਸੋਚ ਬਣੀ ਹੋਈ ਹੈ ਨਾ, ਵੀ ਕਈਆਂ ਦੀ ਇਹ ਸੋਚ ਹੁੰਦੀ ਆ ਜੋੜਾ ਆ ਬਿਸਤਰਾ ਆ ਮੰਜਾ ਆ ਭਾਂਡੇ ਸਾਡੇ ਜਿਹੜਾ ਸਾਡਾ ਬਜ਼ੁਰਗ ਚਲਾ ਗਿਆ ਉਹ ਵਰਤੇਗਾ ਨਹੀਂ ਭਾਈ। ਉਹ ਇਹ ਭਾਵਨਾ ਲੈ ਕੇ ਜਾਓ, ਇਹ ਅਸੀਂ ਸੇਵਾ ਕੀਤੀ ਹੈ, ਇਹ ਗ੍ਰੰਥੀ ਸਿੰਘ ਵਰਤੇਗਾ ਜਾਂ ਆਈ ਹੋਈ ਸੰਗਤ ਦੀ ਵਰਤੋਂ ਵਿੱਚ ਆਉਣਗੇ। ਇਹ ਇਸ ਲਈ ਨਹੀਂ ਲੈ ਕੇ ਆਏ ਅਸੀਂ ਵੀ ਸਾਡਾ ਮੰਜਾ ਦਿੱਤਾ ਹੋਇਆ ਇਹਦੇ ਤੇ ਹੁਣ ਬਾਪੂ ਨੇ ਸੌਣਾ, ਨਹੀਂ। ਉਹਦੇ ਲਈ ਇੱਕੋ ਹੀ ਚੀਜ਼ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉੱਥੇ ਇੱਕੋ ਹੀ ਚੀਜ਼ ਨਿਭਦੀ ਹੈ, ਉਹ ਹੈ ਸਤਿਗੁਰਾਂ ਦਾ ਨਾਮ।
ਜਿੰਨੀ ਹੋ ਸਕਦੀ ਬਾਣੀ ਪੜ੍ਹ ਕੇ ਅਰਦਾਸ ਕਰੋ। ਤੁਹਾਡੀ ਕੀਤੀ ਹੋਈ ਅਰਦਾਸ ਉਹਦਾ ਖਹਿੜਾ ਛਡਾ ਸਕਦੀ ਹੈ। ਜਮਾ ਕੋਲੋਂ ਤੁਹਾਡੇ ਦਿੱਤੇ ਮੰਜੇ ਬਿਸਤਰੇ ਨਹੀਂ। ਇਸ ਕਰਕੇ ਇਸ ਭਰਮ ਚੋਂ ਬਾਹਰ ਰਹਿਣਾ ਹੈ, ਭੁਲੇਖੇ ਵਿੱਚ ਨਹੀਂ ਆਉਣਾ। ਗ੍ਰੰਥੀ ਸਿੰਘ ਦੀ ਸੇਵਾ ਜਾਣ ਕੇ ਭਾਵੇਂ ਇੱਕ ਦੇ 4 ਬਿਸਤਰੇ ਦੇ ਆਓ, ਪਰ ਜੇ ਸਮਝੋ ਨਾ ਵੀ ਦਿੱਤੇ ਬਜ਼ੁਰਗ ਨੂੰ ਪਹੁੰਚਣਗੇ, ਨਹੀਂ, ਉੱਥੇ ਤੱਕ ਨਹੀਂ ਜਾਂਦੇ ਹਨ। ਉੱਥੇ ਤੱਕ ਬਣਾਈ ਤੁਹਾਡੀ ਖੀਰ ਨਹੀਂ ਜਾਂਦੀ ਹੈ, ਤੁਹਾਡੇ ਪਕਵਾਨ ਪਕੌੜੀਆਂ ਕੁਝ ਨਹੀਂ ਜਾਂਦਾ। ਉੱਥੇ ਸਿਰਫ ਔਰ ਸਿਰਫ ਨਾਮ ਪਹੁੰਚਦਾ, ਬਾਣੀ ਦਾ ਅਸਰ ਹੁੰਦਾ ਹੈ। ਇਸ ਕਰਕੇ ਬਾਣੀ ਆਪ ਵੀ ਪੜੋ, ਅਖੰਡ ਪਾਠ ਸਾਹਿਬ ਵੀ ਕਰਵਾਓ। ਅੱਜ ਇੱਕ ਨਵਾਂ ਹੀ ਅਸੀਂ ਰੀਤ ਤੋਰ ਲਈ, ਬਜ਼ੁਰਗ ਚੜ੍ਹਾਈ ਕਰ ਜਾਵੇ, ਪਰਿਵਾਰ ਵਿੱਚੋਂ ਕੋਈ ਮੈਂਬਰ ਚਲਿਆ ਜਾਵੇ, ਸਾਨੂੰ ਇੰਨੀ ਕਾਹਲੀ ਹੈ ਵੀ ਅਸੀਂ ਮਰਿਆਦਾ ਵੀ ਨਹੀਂ ਵੇਖਦੇ ਵੀ ਅਖੰਡ ਪਾਠ ਸਾਹਿਬ ਦਾ ਭੋਗ ਕਿੰਨੇ ਦਿਨੀ ਪੈਣਾ ਚਾਹੀਦਾ ਹੈ, ਗੁਰਮਤਿ ਦੀ ਮਰਿਆਦਾ ਕੀ ਹੈ। ਅਸੀਂ ਇਹ ਵੀ ਨਹੀਂ ਵੇਖਦੇ ਵੀ ਅਖੰਡ ਪਾਠ ਸਾਹਿਬ ਜ਼ਰੂਰੀ ਹੈ। ਬਹੁਤੇ ਕਾਲੇ ਲੋਕ ਸੁਖਮਨੀ ਦਾ ਪਾਠ ਕਰਵਾ ਕੇ ਅਰਦਾਸ ਕਰਵਾ ਦਿੰਦੇ ਹਨ। ਬੜੇ ਵੇਖੇ ਨੇ ਇਹੋ ਜਿਹੇ ਕਾਰਜ ਹੁੰਦੇ ਮੈਂ ਆਪਣੇ ਅੱਖੀਂ, ਪਰ ਗਲਤ ਹੈ। ਇਹ ਅਸੀਂ ਗੁਰਮਤਿ ਦੇ ਰਸਤੇ ਤੇ ਨਹੀਂ ਤੁਰਦੇ। ਬਾਣੀ ਸੁਖਮਨੀ ਸਾਹਿਬ ਦੀ ਵੀ ਬਾਣੀ ਹੈ, ਪਰ ਇੱਕ ਮਰਿਆਦਾ ਹੁੰਦੀ ਹੈ ਜਿਹੜੀ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ। ਸੋ ਉਸ ਮਰਿਆਦਾ ਵਿੱਚ, ਉਸ ਦਾਇਰੇ ਵਿੱਚ ਰਹਿਣਾ, ਅਸੀਂ ਦਾਇਰੇ ਤੋਂ ਮਰਿਆਦਾ ਤੋਂ ਬਾਹਰ ਨਹੀਂ ਜਾਣਾ ਹੈ। ਜਿੰਦੇ ਮਾਂ-ਬਾਪ ਦੀ ਸੇਵਾ ਕਰੋ। ਨੌਜਵਾਨ ਜਿੰਨੇ ਵੀ ਹਨ, ਸੁਣਦੇ ਇੱਥੇ ਨੇ ਜਾਂ ਜਿਹੜੇ ਟੀਵੀ ਰਾਹੀਂ ਵੀ ਸੁਣਦੇ, ਬੇਨਤੀ ਹੈ ਮਾਤਾ ਪਿਤਾ ਜਿੰਦਿਆਂ ਦੀ ਸੇਵਾ ਕਰਿਆ ਕਰੋ, ਸਤਿਕਾਰ ਦਿਆ ਕਰੋ, ਇੱਜ਼ਤ ਕਰਿਆ ਕਰੋ। ਮਰਨ ਤੋਂ ਬਾਅਦ ਪਖੰਡ ਕਰਨ ਜੋਗੇ ਰਹਿ ਜਾਈਦਾ ਹੈ, ਹੋਰ ਕੱਖ ਨਹੀਂ ਰਹਿੰਦਾ। ਇਸ ਕਰਕੇ ਜਿੰਦਿਆਂ ਨੂੰ ਪੂਜ ਲਓ। ਮਹਾਰਾਜ ਇੱਥੇ ਪੁੱਛਦੇ ਨਾ ਜਦੋਂ ਇਹਨਾਂ ਪੰਡਤਾਂ ਨੂੰ, ਇਹਨਾਂ ਮੂਰਖਾਂ ਲੋਕਾਂ ਨੂੰ ਵੀ ਕੀ ਕਰਦੇ ਹੋ, ਕਿਹਨੂੰ ਪਾਣੀ ਦੇ ਰਹੇ, ਤੇ ਅੱਗੋਂ ਭੋਲੇ ਲੋਕ ਸਨ, ਭਰਮਾਂ ਵਿੱਚ ਬੰਨ ਦਿੱਤੇ ਸਨ ਬਾਹਮਣਾ ਪੰਡਤਾਂ ਨੇ। ਇਸ ਕਰਕੇ ਅੱਗੋਂ ਕਹਿੰਦੇ ਮਹਾਰਾਜ ਨੂੰ, ਕਹਿੰਦੇ ਜੀ ਸਾਡੇ ਜਿਹੜੇ ਉਧਰ ਪਿੱਤਰ ਨੇ ਨਾ, ਅਸੀਂ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ। ਸੂਰਜ ਵਾਲੇ ਪਾਸੇ ਨੂੰ ਸਾਡੇ ਪਿੱਤਰ ਬੈਠੇ ਹੋਏ ਐ, ਉਹ ਸਾਡੇ ਇਸ ਬੁੱਕਾਂ ਨਾਲ ਦਿੱਤੇ ਹੋਏ ਪਾਣੀ ਨਾਲ ਇਸ਼ਨਾਨ ਕਰਦੇ ਹਨ। ਇਸ ਬੁੱਕਾਂ ਨਾਲ ਦਿੱਤਾ ਹੋਇਆ ਜਲ ਛਕ ਕੇ ਉਹ ਤ੍ਰਿਪਤ ਹੋ ਜਾਂਦੇ ਹਨ। ਤਿੰਨ ਕੁ ਜਲ ਦੇ ਨਹਾਏ ਸਕਾਰੇ, ਅਸੀਂ ਆਪ ਵੀ ਨਹਾ ਰਹੇ, ਸਾਡੇ ਇਸ ਪਾਣੀ, ਇਸ ਜਲ ਨਾਲ, ਦਿੱਤੇ ਹੋਏ ਜਲ ਨਾਲ ਉਹ ਸਾਡੇ ਪਿੱਤਰ ਵੀ ਨਹਾਉਂਦੇ ਹਨ। ਜਲ ਲੈ ਕਰ ਸੋ ਹੋਏ ਤ੍ਰਿਪਤਾਈ, ਬੜੇ ਰੱਜਦੇ ਨੇ, ਛਕਦੇ ਨੇ। ਇਉਂ ਕਹਿੰਦੇ ਸਨ ਜਿਵੇਂ ਸਾਹਮਣੇ ਬੈਠੇ ਸ਼ਿਕਾਰ ਰਹੇ ਹੋਣ। ਕਹਿੰਦੇ ਵੀ ਉਹ ਰੱਜ ਲੈਂਦੇ ਨੇ, ਛਕ ਜਾਂਦੇ ਜਲ ਸਾਰਾ ਹੀ। ਹਮਕੋ ਸਦਾ ਹੋਤ ਸੁਖਦਾਈ, ਫਿਰ ਸਾਨੂੰ ਸੁਖ ਮਿਲਦਾ ਹੈ। ਇਹ ਕਿਉਂ ਕਹਿੰਦੇ ਸਨ? ਕਿਉਂਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ। ਜਿਹੜਾ ਜਗਤ ਦਾ ਗੁਰੂ ਸੀ ਨਾ, ਪੰਡਤ ਬਾਹਮਣ ਭਰਮਾਂ ਵਿੱਚ ਪਾਉਣ ਵਾਲਾ, ਉਹਨੇ ਭਰਮ ਇੰਨੇ ਵੱਡੇ ਬੰਨ ਦਿੱਤੇ ਸਨ। ਗਾਈ ਦਾਨ ਕਰ ਦਿਓ, ਆਹ ਦਾਨ ਕਰ ਦਿਓ, ਤੁਹਾਡੇ ਪਿੱਤਰਾਂ ਤੱਕ ਪਹੁੰਚੇਗੀ, ਸੁਖੀ ਹੋਣਗੇ, ਤੁਸੀਂ ਵੀ ਸੁਖੀ ਹੋਵੋਗੇ। ਲੋਕ ਵਿਚਾਰੇ ਉਦਾਂ ਹੀ ਕਰੀ ਜਾਂਦੇ ਸਨ। ਇਹ ਭਰਮਾਂ ਚੋਂ ਹੀ ਕੱਢ ਰਹੇ ਆ ਧੰਨ ਗੁਰੂ ਨਾਨਕ ਸਾਹਿਬ ਸਾਨੂੰ। ਤੇ ਅਸੀਂ ਅੱਜ ਫਿਰ ਜੇ ਉਸੇ ਰਾਹ ਤੇ ਤੁਰ ਪਈਏ, ਫਿਰ ਕੀ ਲਾਹਾ ਹੈ, ਫਿਰ ਕੀ ਫਾਇਦਾ ਹੈ। ਇਸ ਕਰਕੇ ਮਹਾਰਾਜ ਨੂੰ ਕਹਿੰਦੇ ਉਹ ਜਲ ਛਕ ਕੇ ਤ੍ਰਿਪਤ ਹੁੰਦੇ, ਰੱਜਦੇ ਹਨ। ਸ੍ਰੀ ਗੁਰ 300 ਬੈਨ ਉਚਾਰੈ, ਮਹਾਰਾਜ ਕਹਿੰਦੇ ਫਿਰ ਪੁੱਛਣ ਲੱਗੇ, ਇੱਕ ਸਵਾਲ ਕਰੀਏ ਤੁਹਾਨੂੰ, ਕਿਤਕ ਦੂਰ ਹੈ ਪਿਤਰ ਤੁਮਾਰੇ। ਮਹਾਰਾਜ ਕਹਿੰਦੇ ਵੀ ਦੂਰੀ ਤੁਹਾਨੂੰ ਪਤਾ ਤੁਹਾਡੇ ਪਿਤਰਾਂ ਦੀ ਇੱਥੋਂ ਕਿੰਨੀ ਕੁ ਹੈ, ਕਿੰਨੇ ਕੁ ਕਿਲੋਮੀਟਰ ਤੇ ਬੈਠੇ ਹਨ? ਜੇ ਕਿਸੇ ਨੂੰ ਤੁਹਾਡੇ ਚੋਂ ਪਤਾ ਤੇ ਦੱਸ ਦਿਓ ਜਰਾ। ਜਿਨ ਕੋ ਜਲ ਤੁਮ ਦੇਤ ਸਦਾਈ, ਉਹ ਜਿਹੜੇ ਪਿਤਰਾਂ ਨੂੰ ਪਾਣੀ ਪਿਆ ਰਹੇ ਹੋ ਕਿੰਨੇ ਕੁ ਦੂਰ ਨੇ, ਕਿੰਨੇ ਕਿਲੋਮੀਟਰ ਤੇ ਨੇ, ਦੱਸੋ ਕੋਈ ਹੁਣ। ਕਰ ਜੋ ਹੋ ਤ੍ਰਿਪਤਾਈ, ਤੁਹਾਡਾ ਦਿੱਤਾ ਹੋਇਆ ਜਲ ਲੈ ਕੇ ਛਕਦੇ ਨੇ, ਤ੍ਰਿਪਤ ਹੁੰਦੇ ਨੇ। ਫਿਰ ਤੁਹਾਨੂੰ ਇਹ ਵੀ ਪਤਾ ਹੋਵੇਗਾ ਵੀ ਕਿੱਥੇ ਕੁ ਬੈਠੇ ਹਨ, ਕਿੰਨੀ ਕੁ ਦੂਰੀ ਤੇ ਹਨ। ਪਾਣੀ ਪਿਆ ਰਹੇ ਹੋ ਬੁੱਕਾਂ ਭਰ ਭਰ ਕੇ, ਤੇ ਤੁਹਾਨੂੰ ਇਹ ਪਤਾ ਹੈ ਵੀ ਤੁਸੀਂ ਪਾਣੀ ਪਿਆਉਂਦੇ ਹੋ, ਛਕਦੇ ਐ, ਤ੍ਰਿਪਤ ਹੁੰਦੇ ਐ। ਤੇ ਜੇ ਉਹ ਤ੍ਰਿਪਤ ਹੁੰਦੇ ਨੇ, ਫਿਰ ਤੁਹਾਨੂੰ ਇੰਨਾ ਵੀ ਪਤਾ ਹੋਣਾ ਵੀ ਕਿੰਨੀ ਕੁ ਦੂਰ ਨੇ ਤੁਹਾਡੇ ਤੋਂ। ਸੋ ਦੱਸੋ ਭਾਈ ਕਿੰਨੇ ਕੁ ਦੂਰ ਹਨ? ਨਰ ਬੋਲੇ ਮਤਵਨ ਜੋ, ਜਿਹੜੇ ਥੋੜੀ ਜੀ ਸੂਝ ਰੱਖਦੇ ਸਨ ਆਪਣੇ ਆਪ ਵਿੱਚ, ਉਹ ਬੋਲੇ ਨੇ ਹੁਣ। ਕਿਤਕ ਸਹੰਸਰ ਜੋਜਨ ਸੋ, ਕਹਿੰਦੇ ਕੁਝ ਕੁ ਹਜ਼ਾਰ ਜੋਜਨ ਦੀ ਦੂਰੀ ਤੇ ਹਨ।
ਹਜ਼ਾਰਾਂ ਯੋਜਨਾ ਹਜ਼ਾਰਾਂ ਦੀ ਗਿਣਤੀ ਵਿੱਚ ਆਇਆ, ਕਿਲੋਮੀਟਰ ਦੀ ਨਹੀਂ, 100 ਦੀ ਨਹੀਂ, 1 ਦੀ ਨਹੀਂ, 2 ਦੀ ਨਹੀਂ, ਕਹਿੰਦੇ ਹਜ਼ਾਰਾਂ ਯੋਜਨ ਦੂਰ ਬੈਠੇ ਹਨ। ਸ੍ਰੀ ਗੁਰੂ ਸੁਨ ਸਰੋਨਨ ਤਿਨ ਬਾਣੀ। ਮਹਾਰਾਜ ਨੇ ਜਦੋਂ ਇਹਨਾਂ ਦਾ ਬਚਨ ਸੁਣ ਕੇ ਨਾ ਆਪਣੇ ਕੰਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕੀ ਕੌਤਕ ਵਰਤਾਉਣ ਲੱਗੇ। ਦੀਨ ਵਿਸਾਲ ਲਗੇ ਪੁਨ ਪਾਨੀ। ਮਹਾਰਾਜ ਇਹਨਾਂ ਦਾ ਬਚਨ ਸੁਣ ਕੇ ਤੇ ਫਿਰ ਮੂੰਹ ਘੁਮਾ ਲਿਆ ਆਪਣਾ ਪশ্ਚਮ ਵੱਲ ਨੂੰ। ਬੁੱਕ ਭਰ ਭਰ ਕੇ ਪਹਿਲਾਂ ਥੋੜਾ ਸੁੱਟਦੇ ਸਨ, ਹੁਣ ਦਵਾ ਦਵ ਤੇਜ਼ੀ ਨਾਲ ਲੱਗ ਪਏ ਬੁੱਕ ਭਰ ਭਰ ਕੇ ਪਾਣੀ ਪਾਉਣ। ਪশ্ਚਮ ਦਿਸ਼ਾ ਬਦਨ ਕੋ ਕਰਕੇ। ਪশ্ਚਮ ਦੀ ਦਿਸ਼ਾ ਵੱਲ ਆਪਣਾ ਸੋਹਣਾ ਖਿੜਿਆ ਹੋਇਆ ਕਮਲ ਸਰੀਖਾ ਚਿਹਰਾ ਕਰ ਲਿਆ ਸਤਿਗੁਰੂ ਜੀ ਨੇ। ਗੀਰੇ ਜਲ ਬਹੁ ਅੰਜੁਲ ਭਰ ਕੇ। ਪਹਿਲਾਂ ਹੌਲੀ ਸੀ, ਹੁਣ ਤੇਜ਼ ਸੁੱਟ ਰਹੇ ਹਨ। ਹੁਣ ਬੁੱਕ ਭਰਦੇ ਐ, ਦਵਾ ਦਵ ਸੁੱਟੀ ਜਾਂਦੇ ਹਨ। ਪੂਜਨ ਲਗੇ ਬਾਹੁਰ ਨਰ ਸੋ। ਇਹ ਫੇਰ ਪੁੱਛਣ ਲੱਗੇ ਵੀ ਮਹਾਰਾਜ ਨੇ ਸਾਡੇ ਤੋਂ ਤਾਂ ਪੁੱਛ ਲਿਆ ਵੀ ਤੁਸੀਂ ਪਾਣੀ ਕਿਹਨੂੰ ਪਿਆਉਂਦੇ ਹੋ, ਤੇ ਆਪ ਇਹ ਪੁੱਠੇ ਪਾਸੇ ਨੂੰ ਪਾਣੀ ਦੇ ਰਹੇ। ਇਹਨਾਂ ਨੂੰ ਪੁੱਛੋ ਕਿਹਨੂੰ ਦੱਸ ਰਹੇ, ਕਿਹਨੂੰ ਦੇ ਰਹੇ ਐ। ਤੈ ਨਿਜ ਬਾਤ ਬਤਾਏ ਨਾ ਕੋ। ਆਪਣੀ ਕੋਈ ਗੱਲ ਨਹੀਂ ਦੱਸੀ ਤੈਂ, ਸਾਨੂੰ ਵੀ ਦੱਸ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੂੰ ਦੱਸ ਨਾ ਸਾਨੂੰ, ਤੂੰ ਕਿਹਨੂੰ ਪਾਣੀ ਪਿਆ ਰਿਹਾ। ਹਿੰਦੂ ਤੁਰਕ ਕੌਣ ਹੈ ਜਾਤੀ। ਨਾਲੇ ਤੇਰੀ ਜਾਤ ਨਹੀਂ ਦੱਸੀ ਤੂੰ ਅਜੇ ਤੱਕ, ਕੌਣ ਹੈ। ਤੁਰਕ ਕਹਿ ਕੇ ਹਿੰਦੂ। ਇਤ ਦਿਸ ਜਲ ਦੇ ਕੇ ਤ੍ਰਿਪਤਾਤੀ। ਇੱਧਰ ਜਲ ਕਿਹਨੂੰ ਪਿਆ ਰਿਹਾ, ਕਿਹਨੂੰ ਰਜਾਂਦਾ ਦੱਸ ਦੇ ਸਾਨੂੰ, ਅਸੀਂ ਦੱਸ ਦਿੱਤਾ ਹੁਣ। ਦੋਹਰਾ ਸੁਨ ਕੇ ਬੋਲੇ ਬਚਨ ਕੋ। ਸ੍ਰੀ ਬੇਦੀ ਕੁਲ ਕੇਤ। ਸੁਣ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੇਦੀਆਂ ਦੀ ਕੁਲ ਦੇ ਤਾਰੇ ਮਹਾਰਾਜ ਚਮਕਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਐਸੇ ਸਿਤਾਰੇ, ਲੱਖਾਂ ਅਸਮਾਨ ਹੋਣ, ਲੱਖਾਂ ਅਸਮਾਨਾਂ ਤੇ ਕਰੋੜਾਂ ਦੀ ਹਰਬਾਂ ਦੀ ਗਿਣਤੀ ਵਿੱਚ ਤਾਰੇ ਹੋਣ, ਉਹਨਾਂ ਦੀ ਰੋਸ਼ਨੀ ਚੰਦਰਮਿਆਂ ਦੀ, ਤਾਰਿਆਂ ਦੀ ਗੁਰੂ ਨਾਨਕ ਸਾਹਿਬ ਦੇ ਤੇਜ ਅੱਗੇ ਫਿੱਕੀ ਹੈ। ਐਸੇ ਚਮਕ ਰੱਖਣ ਵਾਲੇ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਮੁਖ ਤੋਂ ਕਹਿਣ ਲੱਗੇ ਹਨ। ਜਬ ਸੁਰਸਰ ਨਾਵਨ ਆਇਓ ਪੁਰ ਨਿਜ ਬੋਇਓ ਖੇਤ। ਮਹਾਰਾਜ ਕਹਿੰਦੇ ਵੀ ਮੈਂ ਜਦੋਂ ਸੁਰਸਰ ਗੰਗਾ ਦਾ ਇਸ਼ਨਾਨ ਕਰਨ ਚੱਲਿਆ ਸੀ ਨਾ ਆਪਣੇ ਘਰੋਂ, ਤੇ ਪਿੱਛੇ ਮੈਂ ਫਸਲ ਬੀਜ ਕੇ ਆਇਆ ਸੀ, ਆਪਣੀ ਖੇਤੀ ਬੀਜ ਕੇ ਆਇਆ ਸੀ। ਚੌਪਈ ਨਹਿ ਜਲ ਦੀ ਨਹਾਰ ਕੋ ਪਾਛੇ। ਤੇ ਮੈਂ ਕੱਲਾ, ਮੇਰੇ ਪਿੱਛੇ ਪਾਣੀ ਲਾਉਣ ਵਾਲਾ ਕੋਈ ਨਹੀਂ। ਫਸਲ ਨੂੰ ਪਿੱਛੇ ਹੁੰਦਾ ਨਾ ਕੋਈ ਹੋਵੇ ਤੇ ਉਹ ਫਸਲ ਭਰ ਲਵੇਗਾ, ਪਾਣੀ ਲਾ ਕੇ ਪਾਲ ਲਵੇਗਾ। ਮਹਾਰਾਜ ਕਹਿੰਦੇ ਇਧਰ ਇਸ਼ਨਾਨ ਵੀ ਜ਼ਰੂਰੀ ਸੀ, ਵੀ ਗੰਗਾ ਦਾ ਇਸ਼ਨਾਨ ਕਰਨਾ ਹੈ। ਤੇ ਜੇ ਇਸ਼ਨਾਨ ਕਰਨਾ ਇਹਦਾ ਮਤਲਬ ਇਹ ਨਹੀਂ ਵੀ ਉਧਰ ਫਸਲ ਸੁੱਕ ਜਾਵੇ, ਇਸ ਕਰਕੇ ਉਹ ਵੀ ਪਾਲਣੀ ਜ਼ਰੂਰੀ ਹੈ। ਤੇ ਪਿੱਛੇ ਕੋਈ ਹੈ ਨਹੀਂ ਜਿਹੜਾ ਪਾਣੀ ਲਾਵੇ ਉਸ ਨੂੰ। ਤਿਹ ਕੋ ਨੀਰ ਦਿਉ ਮੈਂ ਆਛੇ। ਇਸ ਲਈ ਮੈਂ ਬੁੱਕਾਂ ਨਾਲ ਭਰ ਭਰ ਕੇ ਆਪਣੀ ਫਸਲ ਵਿੱਚ ਪਾਣੀ ਪਾ ਰਿਹਾ ਵੀ ਕਿਤੇ ਸੁੱਕੀ ਨਾ ਰਹਿ ਜਾਵੇ। ਜਾਏ ਨਾ ਸੂਕ ਰਹਿ ਹਰਿਆਈ। ਹਰਿਆਵਲ ਤਾਂ ਆਵੇ, ਖਿੜੇ ਫਸਲ ਮੇਰੀ ਕੱਲ ਨੂੰ ਮੈਂ ਵੱਢਾਂ, ਪੱਕੇਗੀ, ਵੱਢ ਕੇ ਖਾਣ ਜੋਗੇ 4 ਦਾਣੇ ਆਉਣਗੇ ਘਰ ਵਿੱਚ। ਇਸ ਲਈ ਮੈਂ ਉਹਨੂੰ ਪਾਲ ਰਿਹਾ। ਆਪ ਮੈਂ ਇੱਥੇ ਐ ਤੇ ਬੁੱਕਾਂ ਭਰ ਭਰ ਕੇ ਫਸਲ ਨੂੰ ਪਾਣੀ ਦੇ ਰਿਹਾ ਹੁਣ। ਨਿਤ ਪਾਣੀ ਕੋ ਦੇਤ ਪੁਚਾਈ। ਇਸ ਤਰ੍ਹਾਂ ਭਾਈ ਨੇਤੀ ਮੈਂ ਤਾਂ ਕਿਤੋਂ ਵੀ ਪਾਣੀ ਪਹੁੰਚਾ ਦੇਣਾ। ਉੱਚੇ ਥਲ ਬੋਇਓ ਸੋ ਕਿਦਾਰਾ। ਮਹਾਰਾਜ ਕਹਿੰਦੇ ਮੀਂਹ ਵੀ ਪੈਂਦਾ ਹੈ, ਤੇ ਮੀਂਹ ਪੈ ਕੇ ਪਾਣੀ ਨੀਵੇਂ ਖੇਤ ਜਿਹੜੇ ਨੇ ਉਹਨਾਂ 'ਚ ਤਾਂ ਰੁਕ ਜਾਂਦਾ। ਸਤਿਗੁਰੂ ਕਹਿੰਦੇ ਮੇਰੀ ਜ਼ਮੀਨ ਥੋੜੀ ਜਿਹੀ ਉੱਚੀ ਹੈ, ਆਮ ਧਰਤੀਆਂ ਨਾਲੋਂ ਮੇਰੀ ਜਗ੍ਹਾ ਥੋੜੀ ਉੱਚੀ ਥਾਂ ਤੇ ਹੈ, ਇਸ ਕਰਕੇ ਉਹ ਉੱਚੇ ਟਿੱਬੇ ਤੇ ਪਾਣੀ ਖੜਦਾ ਨਹੀਂ ਬਾਰਿਸ਼ ਦਾ। ਉਹ ਜਦੋਂ ਬਾਰਿਸ਼ ਮੀਂਹ ਹੁੰਦਾ ਨਾ, ਉਹ ਨਿਕਲ ਆਉਂਦਾ ਉਸੇ ਵੇਲੇ ਥੋੜਾ ਸਮੇਂ ਵਿੱਚ। ਇਸ ਲਈ ਉਹ ਉੱਚੀ ਕਰਕੇ ਮੈਂ ਇਥੋਂ ਭਰਦਾ ਹੁਣ ਬੁੱਕਾਂ ਨਾਲ। ਘਰ ਜਾਵਤ ਬਰਖਾ ਕੋ ਬਾਰਾ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਬਰਖਾ ਦਾ ਪਾਣੀ ਘਟ ਜਾਂਦਾ, ਠਹਿਰਦਾ ਨਹੀਂ ਉਸ ਜ਼ਮੀਨ ਵਿੱਚ। ਸੁਨਰ ਜਾਨ ਬਾਬਰੂ ਕਹੈ। ਸੁਣ ਕੇ ਜਿਹੜੇ ਖੁਦ ਮਸਤਾਨੇ ਸਨ, ਧੰਨ ਗੁਰੂ ਨਾਨਕ ਸਾਹਿਬ ਨੂੰ ਮਸਤਾਨਾ ਕਹਿਣ ਲੱਗ ਪਏ। ਕਹਿੰਦੇ ਨਹੀਂ, ਇਹ ਤਾਂ ਕੋਈ ਮਸਤਾਨਾ, ਨਾ ਇਹ ਹਿੰਦੂ ਨਾ ਮੁਸਲਮਾਨ ਹੈ, ਇਹ ਕੋਈ ਮਸਤਾਨਾ ਹੈ।
ਮਸਤਾਨੇ ਦਾ ਅਰਥ ਪਾਗਲ। ਇਹ ਕੋਈ ਬਾਵਰਾ ਹੈ ਜਿਹਨੂੰ ਪਤਾ ਹੀ ਨਹੀਂ ਵੀ ਇੱਥੋਂ ਤੇਰੀ ਬੁੱਕ ਭਰੀ ਤੇਰੀ ਫਸਲ ਤੱਕ ਕਿੱਦਾਂ ਪਹੁੰਚ ਜਾਵੇਗੀ। ਇਸ ਕਰਕੇ ਇਹ ਕੋਈ ਬਾਵਰਾ ਲੋਕ ਲੱਗਿਆ ਹੋਇਆ। ਬਾਦ ਨੀਰ ਤੂੰ ਗੇਰਤ ਹੈ। ਮਹਾਰਾਜ ਨੂੰ ਕਹਿੰਦੇ ਹੈ ਪਾਗਲ ਖਿਮਾ ਕਰਿਓ ਸਾਧ ਸੰਗਤ ਜੀ, ਇਹ ਬੋਲ ਲਿਖੇ ਹੋਏ ਐ ਔਰ ਉਹਨਾਂ ਦੀ ਸ਼ਬਦਾਵਲੀ ਹੈ। ਤੇ ਜਿੰਨਾ ਚਿਰ ਕਥਾ ਨੂੰ ਜਿਸ ਤਰੀਕੇ ਨਾਲ ਬਿਆਨ ਕੀਤੀ ਉਸ ਤਰੀਕੇ ਨਾਲ ਨਾ ਕਰੀਏ, ਨਾ ਆਨੰਦ ਬਚਦਾ ਨਾ ਸਮਝ ਆਉਂਦੀ। ਇਸ ਲਈ ਸਾਡੀ ਤਾਂ ਇੰਨੀ ਹਸਤੀ ਨਹੀਂ, ਆਪਾਂ ਮਹਾਰਾਜ ਦਾ ਸਤਿਕਾਰ ਕਰਨਾ ਹੈ, ਨਿਰਾਦਰ ਨਹੀਂ ਕਰਨਾ। ਪਰ ਇਹਨਾਂ ਦੀ ਇਹ ਸ਼ਬਦਾਵਲੀ ਸੀ। ਕੌਤਕ ਹੀ ਮਹਾਰਾਜ ਨੇ ਇਹੋ ਜਿਹਾ ਵਰਤਾ ਦਿੱਤਾ ਵੀ ਇਹ ਕਹਿੰਦੇ ਇਹ ਤੇਰਾ ਪਾਣੀ ਜਿਹੜਾ ਤੂੰ ਵਿਅਰਥ ਹੀ ਕਰ ਰਿਹਾ, ਕਿਸੇ ਕੰਮ ਨਹੀਂ ਆਉਂਦਾ। ਖੇਤ ਮਾਹੇ ਨਹਿ ਜਵਹਿ ਕੈਸੇ। ਕਿਵੇਂ ਜਾ ਸਕਦਾ ਹੈ ਤੇਰੇ ਖੇਤ ਵਿੱਚ ਤੇਰੀ ਫਸਲ ਤੱਕ ਪਾਣੀ? ਸਮਝਾ ਸਾਨੂੰ ਵੀ। ਇਹ ਕਦੇ ਵੀ ਨਹੀਂ ਜਾਵੇਗਾ। ਜਿੰਨਾ ਮਰਜ਼ੀ ਸੁੱਟੀ ਚੱਲ ਇੱਥੇ ਹੀ ਡਿੱਗੀ ਜਾਣਾ। ਭਰੋ ਇਹਾਂ ਪਾਣੀ ਦੇ ਜੈਸੇ। ਜਿਵੇਂ ਤੂੰ ਇੱਥੇ ਪਾਣੀ ਭਰ ਕੇ ਪਾਉਂਦਾ ਨਾ, ਇਹ ਇੱਥੇ ਹੀ ਰਹਿ ਜਾਂਦਾ, ਫਸਲ ਨਹੀਂ ਭਰਦੀ ਹੈ। ਕਹਾਂ ਖੇਤ ਠਾਂਡੋ ਤੂੰ ਕਹਾ। ਮਹਾਰਾਜ ਨੂੰ ਕਹਿੰਦੇ ਕਿੱਥੇ ਤੇਰੀ ਪੈਲੀ, ਕਿੱਥੇ ਤੇਰੇ ਖੇਤ, ਤੇ ਤੂੰ ਕਿੱਥੇ ਗੰਗਾ 'ਚ ਖੜਾ ਹਰਿਦੁਆਰ ਦੀ ਧਰਤੀ ਤੇ। ਕਿਉਂ ਪ੍ਰਾਪਤ ਪਾਣੀ ਹੋਏ ਤਹਾ। ਇਸ ਕਰਕੇ ਹੇ ਪੁਰਖਾ ਕਿਵੇਂ ਇਹ ਪਾਣੀ ਪਹੁੰਚ ਸਕਦਾ ਉਥੇ? ਦੋਹਰਾ ਹਰੋ ਖੇਤ ਨ ਹੋਵਈ ਤੂੰ ਹੈ ਬੜੂ ਅਜਾਨ। ਤੂੰ ਅਣਜਾਣ ਹੈ ਭਾਈ। ਇਹ ਲੋਕ ਕਹਿੰਦੇ ਤੂੰ ਅਣਜਾਣ ਹੈ। ਜਿਹੜਾ ਜਗਤ ਦੀਆਂ ਜਾਣਨ ਵਾਲਾ ਤਿੰਨਾਂ ਲੋਕਾਂ ਦਾ ਅੰਤਰਜਾਮੀ ਉਹਨੂੰ ਅਣਜਾਣ ਕਹਿੰਦੇ ਹਨ। ਕਹਿੰਦੇ ਤੂੰ ਅਣਜਾਣ ਹੈ, ਤੈਨੂੰ ਨਹੀਂ ਸਮਝ ਵੀ ਤੇਰਾ ਇਹ ਪਾਣੀ ਉਥੇ ਨਹੀਂ ਜਾਵੇਗਾ। ਬਹੁਤ ਲੋਕ ਮਿਲਤੇ ਹੈ ਭਾਈ ਬੋਲੇ ਕਿਰਪਾ ਨਿਦਾਨ। ਏਦਾਂ ਕਰਦਿਆਂ ਕਰਦਿਆਂ ਬਹੁਤੇ ਇਕੱਠੇ ਹੋ ਗਏ। ਉਥੋਂ ਲਾਗੇ ਲਾਗੇ ਨਹਾਉਣ ਵਾਲੇ ਸਾਰੇ ਆ ਗਏ ਵੀ ਵੇਖੀਏ ਕੀ ਗੱਲ ਹੋਈ ਹੈ। ਜਦੋਂ ਬਹੁਤ ਇਕੱਠੇ ਹੋਏ ਫਿਰ ਸਾਰਿਆਂ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ, ਚਾਓ ਭਾਈ ਸ੍ਰੀ ਪਰਮੇਸ਼ਰ ਤੁਮ ਹੀ ਭੁਲਾਇਓ। ਮਹਾਰਾਜ ਕਹਿੰਦੇ ਉਹ ਭਾਈ ਅਸੀਂ ਨਹੀਂ ਅਣਜਾਣ, ਤੁਸੀਂ ਰੱਬ ਨੂੰ ਭੁਲਾ ਦਿੱਤਾ ਹੈ। ਪ੍ਰਮਾਤਮਾ ਦੀ ਹੋਂਦ ਹੀ ਵਿਸਾਰ ਦਿੱਤੀ ਤੁਸੀਂ ਲੋਕਾਂ ਨੇ। ਤੁਸੀਂ ਰੱਬ ਨੂੰ ਜਾਣਿਆ ਹੀ ਕੱਖ ਨਹੀਂ ਹੈ। ਰੱਬ ਨੂੰ ਕੀ ਸਮਝ ਲਿਆ? ਇੱਕ ਖਿਡੌਣਾ ਜਿਹਾ ਬਣਾ ਕੇ ਬਹਿ ਗਏ। ਮਨ ਕੀਤਾ ਸਤਿਕਾਰ ਕਰ ਲਿਆ, ਮਨ ਕੀਤਾ ਨਾ ਸਹੀ, ਕੋਈ ਗੱਲ ਨਹੀਂ। ਰੱਬ ਦੀ ਹੋਂਦ ਨੂੰ ਆਪਣੇ ਨਾਲ ਨਾ ਰੱਖਿਆ ਕਰੋ, ਆਪਣੇ ਨਾਲ ਕੰਪੇਅਰ ਨਾ ਕਰਿਆ ਕਰੋ ਜਿੱਦਾਂ ਕਿ ਮੈਂ ਓਡਾ ਕੀ ਰੱਬ ਹੈ। ਨਹੀਂ, ਪ੍ਰਮਾਤਮਾ ਦੀ ਹਸਤੀ ਬੜੀ ਮਹਾਨ ਹੈ, ਬਹੁਤ ਉੱਚੀ ਹੈ, ਬੜੀ ਪ੍ਰਬਲ ਹੈ। ਸਾਡਾ ਕੀ ਹੈ? ਅਸੀਂ ਤਾਂ ਕਿਣਕਾ ਹਾਂ, ਮਿੱਟੀ ਦੀ ਢੇਰੀ ਹਾਂ। ਇਸ ਕਰਕੇ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ 'ਚ ਰੱਖ ਕੇ ਮਹਾਰਾਜ ਦਾ ਸਨਮਾਨ ਉੱਚਾ ਕਰਨਾ ਹੈ। ਰੱਬ ਨੂੰ ਵਿਸਾਰਨਾ ਨਹੀਂ। ਮਹਾਰਾਜ ਕਹਿੰਦੇ ਤੁਸੀਂ ਤਾਂ ਹੋਂਦ ਹੀ ਭੁੱਲ ਗਏ ਪ੍ਰਮਾਤਮਾ ਦੀ, ਤੁਸੀਂ ਰਹਿਣ ਹੀ ਨਹੀਂ ਦਿੱਤਾ। ਤੁਸੀਂ ਵਿਸਾਰ ਕੇ ਬੈਠੇ ਹੋਏ ਭਰਮ ਕਰਦੇ ਲੋਕਾਂ ਨੂੰ, ਆਪ ਵੀ ਪਖੰਡ ਕਰਦੇ ਲੋਕਾਂ ਨੂੰ ਵੀ ਪਖੰਡ ਪਿੱਛੇ ਲਾ ਲਿਆ ਹੈ। ਭਾਉ ਭਗਤ ਬਿਨ ਮਨ ਫਰਮਾਇਓ। ਤੁਹਾਡੇ ਅੰਦਰ ਭਾਉ ਨਹੀਂ ਹੈ, ਤੁਹਾਡੇ ਅੰਦਰ ਭਗਤੀ ਨਹੀਂ ਹੈ। ਇਸ ਕਰਕੇ ਤੁਸੀਂ ਭਰਮ ਚੁੱਕੇ ਹੋ। ਸਿੱਖੋ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਭਾਉ ਤੇ ਭਗਤੀ ਤੋਂ ਬਿਨਾ ਤੁਸੀਂ ਭਰਮੇ ਫਿਰੋਗੇ, ਮਾੜੀ ਮਾੜੀ ਗੱਲ ਤੇ ਭਰਮ ਕਰੋਗੇ। ਪਰ ਸਿੱਖੋ, ਕਿਰਦਾਰ ਵੇਖੋ, ਆਪਣਾ ਜੀਵਨ ਵੇਖੋ, ਆਪਣੇ ਸਤਿਗੁਰਾਂ ਨੂੰ ਵੇਖੋ, ਕਿੱਡੀਆਂ ਬਖਸ਼ਿਸ਼ਾਂ ਦੇ ਘਰ ਹਨ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਜੀ ਦੇ ਸਤਿਗੁਰੂ ਹੋਣ, ਉਹ ਗੁਰਸਿੱਖ ਬਿੱਲੀ ਰਾਹ ਕੱਟੇ ਤੇ ਭਰਮ ਕਰਦਾ ਫਿਰੇ ਵੀ ਹੁਣ ਗਾਹ ਨੂੰ ਨਹੀਂ ਜਾਣਾ, ਕੋਈ ਤੁਰਨ ਲੱਗਿਆ ਛਿੱਕ ਮਾਰੇ ਤੇ ਕਵੇ ਨਹੀਂ ਅਪਸ਼ਗਨ ਹੋ ਗਿਆ, ਫਿਰ ਉਹ ਸਿੱਖ ਥੋੜਾ ਹੈ, ਫਿਰ ਸਿੱਖ ਦਾ ਰੁਤਬਾ ਥੋੜਾ ਮਾਣ ਸਕਦਾ ਹੈ। ਇਸ ਲਈ ਕਿੱਡਾ ਵੀ ਭਰਮ ਹੋਵੇ, ਜੇ ਤੁਸੀਂ ਪੂਰੇ ਐ, ਤੁਹਾਡੇ ਸਤਿਗੁਰੂ ਤਾਂ ਪੂਰੇ ਹੀ ਹਨ, ਫਿਰ ਭਰਮ ਵਿੱਚ ਨਹੀਂ ਪਈਦਾ ਹੈ। ਭਾਉ ਤੇ ਭਗਤੀ ਰੱਖਣੀ। ਮਹਾਰਾਜ ਕਹਿੰਦੇ ਹੋ ਭਾਈ ਤੁਹਾਡੇ ਅੰਦਰ ਭਾਉ ਨਹੀਂ,
ਤੁਹਾਡੇ ਅੰਦਰ ਭਗਤੀ ਨਹੀਂ, ਇਸ ਕਰਕੇ ਤੁਸੀਂ ਵਿਸਾਰ ਦਿੱਤਾ ਉਸ ਮਾਲਕ ਨੂੰ, ਭਰਮ ਵਿੱਚ ਪੈ ਗਏ। ਮੇਰੂ ਅਹਿ ਸਮੀਪ ਕਿਦਾਰਾ, ਮਹਾਰਾਜ ਕਹਿੰਦੇ ਸਾਡੇ ਤਾਂ ਖੇਤ ਫੇਰ ਨੇੜੇ ਨੇ, ਆ ਕੁਝ ਕੁ ਦੂਰੀ ਕਿਲੋਮੀਟਰਾਂ ਦੀ ਹੋਵੇਗੀ, ਕਾਕੂ ਪਹੁੰਚ ਨ ਸਕੀ ਬਾਰਾ। ਤੁਸੀਂ ਕਹਿੰਦੇ ਵੀ ਉੱਥੇ ਤੱਕ ਵੀ ਇਹ ਪਾਣੀ ਨਹੀਂ ਪਹੁੰਚ ਸਕਦਾ। ਤੁਮਰੇ ਪਿਤਰ ਦੂਰ ਅਧਿਕਾਈ, ਮਹਾਰਾਜ ਕਹਿੰਦੇ ਤੁਹਾਡੇ ਤਾਂ ਪਿੱਤਰ ਹੀ ਬੜੀ ਦੂਰ ਬੈਠੇ ਨੇ, ਨਜ਼ਰ ਹੀ ਨਹੀਂ ਆਉਂਦੇ ਕਿਤੇ। ਮੈਂ ਤਾਂ ਖੇਤਾਂ ਨੂੰ ਚਲਿਆ ਜਾਵਾਂਗਾ ਤੁਰ ਕੇ, ਤੁਸੀਂ ਜਾ ਕੇ ਵਿਖਾਓ ਪਿੱਤਰਾਂ ਕੋਲ ਜਾ ਸਕਦੇ ਐ, ਤੁਹਾਡੇ ਤੋਂ ਕਿੰਨੇ ਦੂਰ ਹਨ। ਜੇ ਮੇਰਾ ਦਿੱਤਾ ਪਾਣੀ ਮੇਰੇ ਖੇਤ ਵਿੱਚ ਨਹੀਂ ਜਾ ਸਕਦਾ ਤੇ ਤੁਸੀਂ ਮੈਨੂੰ ਅਣਜਾਣ ਕਹਿ ਰਹੇ, ਮੇਰੇ ਨਾਲੋਂ ਵੱਡੇ ਤਾਂ ਅਣਜਾਣ ਤੁਸੀਂ ਹੋ, ਜਿਹੜੇ ਜਿਹੜੇ ਪਿੱਤਰ ਨਜ਼ਰ ਹੀ ਨਹੀਂ ਆਉਂਦੇ ਉਹਨਾਂ ਨੂੰ ਪਾਣੀ ਪਿਆ ਰਹੇ ਹੋ। ਸੋ ਜਲ ਲੈ ਕਿਸ ਕੈਸੇ ਤ੍ਰਿਪਤਾਈ। ਮਹਾਰਾਜ ਕਹਿੰਦੇ ਫਿਰ ਮੈਨੂੰ ਦੱਸੋ ਸਾਨੂੰ ਵੀ ਕਿਹੜਾ ਤਰੀਕਾ ਤੁਹਾਡੇ ਕੋਲ ਇਹੋ ਜਿਹਾ ਜਿਹੜੇ ਤਰੀਕੇ ਨਾਲ ਤੁਹਾਡੇ ਪਿੱਤਰ ਇਹ ਜਲ ਛਕ ਲੈਂਦੇ ਹਨ। ਕਿਹੜੀ ਇਹੋ ਜੀ ਵਿਧੀ ਹੈ ਤੁਹਾਡੇ ਕੋਲ ਜਿਹਦੇ ਨਾਲ ਇਹ ਤੁਹਾਡਾ ਪਾਇਆ ਹੋਇਆ ਪਾਣੀ ਉਹਨਾਂ ਦੇ ਸਰੀਰ ਤੇ ਜਾ ਕੇ ਪੈਂਦਾ ਤੇ ਉਹ ਨਹਾ ਲੈਂਦੇ ਹਨ। ਕੋਈ ਤਰੀਕਾ ਹੋਵੇਗਾ, ਕੋਈ ਵਿਧ ਹੋਵੇਗੀ, ਹੈ ਤਾਂ ਦੱਸੋ, ਨਹੀਂ ਤਾਂ ਤੁਸੀਂ ਫਿਰ ਵੱਡੇ ਅਣਜਾਣ ਹੋ। ਮੁਝੇ ਅਜਾਨ ਪੰਤ ਹੋ ਕੈਸੇ। ਸਤਿਗੁਰੂ ਕਹਿੰਦੇ ਮੈਨੂੰ ਅਣਜਾਣ ਦੱਸ ਰਹੇ ਕਿਸ ਤਰੀਕੇ ਦੇ ਨਾਲ। ਵੱਡੇ ਅਜਾਨ ਪਏ ਤੁਮੇ ਐਸੇ। ਵੱਡੇ ਅਣਜਾਣ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਹੋ ਭਾਈ, ਤੁਹਾਡੇ ਵਿੱਚ ਇੰਨੀ ਸਮਝ ਨਹੀਂ ਵੀ ਪਿਤਰਾਂ ਤੱਕ ਇਹ ਜਲ ਨਹੀਂ ਪਹੁੰਚਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਾਣੀ ਨਾਲ ਜੁੜੋ, ਰੱਬ ਨਾਲ ਜੁੜੋ, ਪ੍ਰਮਾਤਮਾ ਦੀ ਹੋਂਦ ਨੂੰ ਨਾ ਵਿਸਾਰੋ। ਬਹੁਤ ਇਹ ਮਹਾਨ ਪ੍ਰਸੰਗ ਨੇ। ਸਤਿਗੁਰੂ ਜੀ ਦੀ ਅਗਲੀ ਕਥਾ ਜਿਹੜੀ ਹੈ ਅਗਲੇ ਦੀਵਾਨਾਂ ਵਿੱਚ ਵਿਚਾਰਾਂਗੇ, ਮਹਾਰਾਜ ਕਿਰਪਾ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਵਡਿਆਈ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਖਿਮਾ ਕਰਿਓ। ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ, ਮਹਾਰਾਜ ਸੁਮਤ ਬਖਸ਼ਣ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਸਾਹਿਬ ਜੀ ਦੇ ਘਰ ਦੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਸਮੂਹ ਗੁਰੂ ਕੀਆਂ ਸੰਗਤਾਂ ਦਾ, ਆਪ ਜੀ ਦਾ ਮਹਾਰਾਜ ਕਿਰਪਾ ਕਰਨ ਜੀ। ਹੋਈਆਂ ਭੁੱਲਾਂ ਦੀ ਖਿਮਾ ਅਰਦਾਸ ਬੇਨਤੀ ਕਰਿਓ। ਸਤਿਗੁਰੂ ਕਥਾ ਕਰਨ ਦੀ ਅਕਲ ਬਖਸ਼ ਦੇਣ। ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਉਸਤਤ ਕਰਵਾਉਂਦੇ ਰਹਿਣ। ਸਮਾਪਤੀ ਦੀਆਂ ਪੰਕਤੀਆਂ ਪੜੋ। ਗੁਰ ਫਤਿਹ ਵਿੱਚ ਸਾਂਝ ਪਾਈਏ ਜੀ। ਤੁਮਰੇ ਪਿਤਰ ਦੂਰ ਅਧਿਕਾਈ, ਸੋ ਜਲ ਲੈ ਕੈਸੇ ਤ੍ਰਿਪਤਾਈ। ਮੁਝੇ ਅਜਾਨ ਪਨਤ ਹੋ ਕੈਸੇ, ਬੜੇ ਅਜਾਨ ਭਏ ਤੁਮ ਐਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।